ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਗੱਲਬਾਤ ਕਰਨੀ ਹੈ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਦੇ ਨਾਲ। ਅਸੀਂ ਹਰ 15 ਦਿਨ ਬਾਅਦ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, 2 ਹਫ਼ਤੇ ਬਾਅਦ ਉਹਨਾਂ ਦੇ ਕੋਲ ਆਉਂਦੇ ਹਾਂ, ਜਾਣਕਾਰੀ ਲੈਂਦੇ ਹਾਂ। ਸਿਹਤ ਸੰਬੰਧੀ ਜਾਣਕਾਰੀ ਇਸ ਕਰਕੇ ਵੀ ਬਹੁਤ ਜ਼ਰੂਰੀ ਆ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ, ਨਾ ਡਾਕਟਰਸ ਕੋਲ ਸਮਾਂ ਹੁੰਦਾ ਕਿ ਅਸੀਂ ਆਪਣੇ ਫੈਮਿਲੀ ਡਾਕਟਰ ਕੋਲ ਜਾਂ ਕਿਸੇ ਕੋਲ ਜਾ ਕੇ ਜਾਣਕਾਰੀ ਲਈਏ, ਡਿਟੇਲ ਦੇ ਵਿੱਚ ਗੱਲਾਂ ਬਾਤਾਂ ਕਰੀਏ। 2 ਵੱਡੀਆਂ ਸਮੱਸਿਆਵਾਂ ਜਿਹੜੀਆਂ ਅਸੀਂ ਸਮਝਦੇ ਹਾਂ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਇੱਥੇ ਆਉਂਦੀਆਂ, ਇੱਕ ਕੈਂਸਰ ਤੇ ਇੱਕ ਦਿਲ ਦੇ ਰੋਗ। ਇਹਨਾਂ ਦੋਵਾਂ ਬਾਰੇ ਅਸੀਂ ਜਾਣਕਾਰੀ ਲੈਣੀ ਆ ਵੀ ਇਹ ਅੱਜ ਜਿਹੜੀ ਗੱਲਬਾਤ ਕਰਨੀ ਅਸੀਂ ਦਿਲ ਦੇ ਰੋਗਾਂ ਬਾਰੇ ਕਰਨੀ ਆ। ਫਿਰ 2 ਹਫ਼ਤੇ ਬਾਅਦ ਜਦੋਂ ਅਸੀਂ ਦੁਬਾਰਾ ਗੱਲਬਾਤ ਕਰਾਂਗੇ, ਇਹਦੇ 2 ਐਪੀਸੋਡ ਕਰਨ ਤੋਂ ਬਾਅਦ ਤਾਂ ਅਸੀਂ ਕੈਂਸਰ ਬਾਰੇ ਗੱਲਬਾਤ ਕਰਾਂਗੇ। ਵੱਡਾ ਇਹਦੇ ਨਾਲ ਦੱਸਦੇ ਆ ਕਿ ਜਿਹੜਾ ਮੌਤਾਂ ਹੁੰਦੀਆਂ ਉਹਦਾ ਲੀਡਿੰਗ ਕਾਜ਼ ਇਹ 2 ਹੈਗੇ ਆ। ਦਿਲ ਦੇ ਬਾਰੇ ਅਸੀਂ ਕਿੰਨਾ ਕੁਛ ਕਈ ਵਾਰੀ ਸੁਣਦੇ ਹਾਂ, ਜਾਣਦੇ ਹਾਂ। ਹਾਰਟ ਅਟੈਕ ਹੋ ਗਿਆ ਜਾਂ ਕੋਲੈਸਟਰੋਲ ਵੱਧ ਗਈ ਜਾਂ ਨਾੜੀਆਂ ਬਲੌਕ ਹੋ ਗਈਆਂ, ਸਟੰਟ ਪੈ ਗਿਆ, ਇਹ ਆਮ ਗੱਲਾਂ ਸਾਡੀ ਜੀਵਨ ਦੀ ਬੋਲਚਾਲ ਦਾ ਹਿੱਸਾ ਬਣ ਗਈਆਂ। ਹੁਣ ਕੁਝ ਲੋਕ ਕਹਿੰਦੇ ਇਹ ਸਟ੍ਰੈਸ ਨਾਲ ਹੁੰਦਾ, ਟੈਨਸ਼ਨ ਨਾਲ ਹੁੰਦਾ, ਕਿ ਜੇ ਲੋਕ ਬੇਪਰਵਾਹ ਜਿਹੇ ਹੁੰਦੇ ਉਹਨਾਂ ਨੂੰ ਕੁਝ ਨਹੀਂ ਹੁੰਦੀ ਦਿਲ ਦੀ ਬਿਮਾਰੀ, ਜੋ ਮਰਜ਼ੀ ਖਾਈ ਪੀ ਜਾਓ। ਕੁਝ ਲੋਕ ਕਹਿੰਦੇ ਆ ਵੀ ਇਹਦਾ ਸਿੱਧਾ ਸੰਬੰਧ ਹੀ ਖਾਣ ਪੀਣ ਦੇ ਨਾਲ ਆ, ਤੁਸੀਂ ਕੀ ਖਾਂਦੇ ਆ, ਕਿੰਨਾ ਕੁ ਕੰਮ ਕਰਦੇ ਆ, ਇਹਦਾ ਦਿਲ ਦਾ ਸੰਬੰਧ ਉਹਦੇ ਨਾਲ ਆ। ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਦਿਲ ਕੰਮ ਕਿੱਦਾਂ ਕਰਦਾ ਆ, ਬਲੱਡ ਪ੍ਰੈਸ਼ਰ ਕੀ ਹੁੰਦਾ, ਗੋਲੀ ਕਦੋਂ ਖਾਣੀ ਚਾਹੀਦੀ ਆ, ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ, ਦੇਸੀ ਘੀ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਕਿਹੜਾ ਆਇਲ ਯੂਜ਼ ਕਰਨਾ ਚਾਹੀਦਾ, ਕਿੰਨੀ ਕੁ ਉਮਰ ਦੇ ਵਿੱਚ ਇਹ ਸਾਰਾ ਕੁਝ ਖਿਆਲ ਰੱਖਣਾ ਸ਼ੁਰੂ ਕਰ ਦੇਣਾ ਚਾਹੀਦਾ, ਤੇ ਦਿਲ ਦਾ ਚੈੱਕਅਪ ਕੀ ਲਗਾਤਾਰ ਕਰਵਾਉਣਾ ਚਾਹੀਦਾ ਜਾਂ ਨਹੀਂ, ਨਿਸ਼ਾਨੀਆਂ ਕਿਹੜੀਆਂ ਜਿਹੜੀਆਂ ਦੱਸਦੀਆਂ ਕਿ ਤੁਹਾਡੇ ਦਿਲ ਦੇ ਵਿੱਚ ਕੋਈ ਨਾ ਕੋਈ ਗੜਬੜ ਹੈਗੀ ਆ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅੱਜ ਅਸੀਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦੱਸਿਓ ਕਿ ਜਿਹੜਾ ਇਹ ਦਿਲ ਦੇ ਰੋਗ ਆ ਇਹ ਕਾਮਨ ਆ ਜਾਂ ਇਹ ਖਤਰਨਾਕ ਆ ਜੀ, ਜਾਂ ਇਹਦੀ ਰੌਲਾ ਰੱਪਾ ਜ਼ਿਆਦਾ ਆ? ਨਹੀਂ, ਕਾਮਨ ਹੈਗੇ ਆ। ਔਰ ਜਿਹੜਾ ਕੈਨੇਡਾ ਦਾ ਜਿਹੜਾ ਸਾਡਾ ਸਟੈਟਿਸਟਿਕਸ ਆ, ਸਟੈਟ ਕੈਨੇਡਾ ਉਹਦੇ ਉੱਤੇ ਨਿਗਰਾਨੀ ਰੱਖਦੀ ਆ। ਇਹ ਦੱਸਦੀ ਆ ਵੀ ਕਰੀਬਨ 10 ਤੋਂ 12 ਮੌਤਾਂ ਐਵਰੀ ਡੇ ਹੋ ਰਹੀਆਂ ਹਾਰਟ ਅਟੈਕ ਕਰਕੇ ਕੈਨੇਡਾ 'ਚ। ਔਰ ਇਹ ਟ੍ਰੈਂਡ ਘਟ ਨਹੀਂ ਰਿਹਾ, ਇਹ ਟ੍ਰੈਂਡ ਪਰਸਿਸਟੈਂਟ ਹੈ, ਪਿਛਲੇ 20 ਸਾਲ ਤੋਂ ਅਸੀਂ ਦੇਖ ਰਹੇ ਹਾਂ। ਸੋ ਕਰੀਬਨ ਅਸੀਂ ਕਹਿ ਸਕਦੇ ਹਾਂ 36 ਤੋਂ 37 ਹਜ਼ਾਰ ਮੌਤਾਂ ਹੋ ਰਹੀਆਂ ਪਰ ਈਅਰ। ਸਾਡੀ ਆਬਾਦੀ ਹੁਣ 37 ਮਿਲੀਅਨ ਦੇ ਲਾਗੇ ਜਾ ਚੁੱਕੀ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ, ਅਗਰ ਅਸੀਂ ਹਾਰਟ ਦੇ ਵਜੋਂ ਜਿਹੜੀ ਮੌਤ ਦਾ ਔਰ ਕੈਂਸਰ ਦੇ ਲਈਏ ਤਾਂ 54% ਤਾਂ ਇਹੀ ਹੋ ਜਾਂਦੇ ਆ। ਔਰ ਕੈਂਸਰ ਦੇ ਲਈ ਵੀ ਸਾਡਾ ਹੁਣ ਲਾਈਫ ਟਾਈਮ ਰਿਸਕ ਹੈਗਾ 50%, ਵੀ ਹਰ ਦੂਜੇ ਵਿਅਕਤੀ ਨੂੰ ਕੋਈ ਨਾ ਕੋਈ ਕੈਂਸਰ ਹੋਣ ਦੀ ਸੰਭਾਵਨਾ ਹੈਗੀ ਹੈ। ਹਾਰਟ ਦੀ ਜਿਹੜੀ ਹੈਗੀ ਹੈ ਸੋ ਫਾਰ 1 in 12 ਆ, ਵੀ ਕਰੀਬਨ 8% ਦੀ ਤੁਹਾਡੇ ਚਾਂਸਿਸ ਹੈਗੇ ਆ ਹਾਰਟ ਪ੍ਰੋਬਲਮ ਹੋਣ ਦੇ। ਔਰ ਜਿਉਂ-ਜਿਉਂ ਉਮਰ ਵੱਧਦੀ ਹੈ ਤਿਉਂ ਇਹਦੀ ਮਾਤਰਾ ਵਧਣ ਦੀ ਸੰਭਾਵਨਾ ਹੁੰਦੀ ਹੈ। ਜਿਹੜੇ ਜਵਾਨ ਲੋਕੀ ਉਹਨਾਂ ਨੂੰ ਬਹੁਤ ਘੱਟ ਹੈ ਹਾਰਟ ਪ੍ਰੋਬਲਮ। ਅਗਰ ਮੈਂ ਕਹਾਂ ਜਿਹੜਾ ਸਾਡਾ ਹਾਰਟ ਹੈ ਜਾਂ ਦਿਲ ਆ ਉਹ ਖੱਬੇ ਪਾਸੇ ਹੁੰਦਾ, ਰੇਅਰਲੀ ਸੱਜੇ ਪਾਸੇ ਵੀ ਕੁਛ ਉੱਕਾ ਪੁੱਕਾ ਪੇਸ਼ੈਂਟ ਹੈਗੇ ਆ, ਲੇਕਿਨ ਖੱਬੇ ਪਾਸੇ ਹੁੰਦਾ। ਔਰ ਜਿੰਨੀ ਕੁ ਸਾਡੀ ਮੁੱਠੀ ਆ ਉਨੇ ਕੁ ਸਾਈਜ਼ ਦਾ ਹੁੰਦਾ। ਸੋ ਬੰਦਿਆਂ 'ਚ ਕਰੀਬਨ ਕਹਿ ਲਓ ਵੀ ਤੁਸੀਂ 300 350 ਗ੍ਰਾਮ, ਲੇਡੀਜ਼ 'ਚ 250 300 ਗ੍ਰਾਮ ਦੇ ਲਾਗੇ ਚੱਗੇ ਹੁੰਦਾ। ਔਰ ਇਹਦੇ 4 ਖਾਨੇ ਆ ਜਾਂ ਚੇਂਬਰਸ ਆ, 2 ਸੱਜੇ ਪਾਸੇ, 2 ਖੱਬੇ ਪਾਸੇ। ਜਿਹੜਾ ਸਾਡਾ ਲਹੂ ਆ, ਜਿਹੜੇ ਸਾਡੇ ਵੇਨਸ ਤੋਂ ਜਿਹੜਾ ਨੀਲੀਆਂ ਸਾਨੂੰ ਦਿਸਦੀਆਂ, ਵੇਨ ਆਪਾਂ ਕਹਿੰਦੇ ਇਹਨੂੰ ਅੰਗਰੇਜ਼ੀ 'ਚ, ਇਹ ਲਹੂ ਜਿਹੜਾ ਹੈਗਾ ਸਾਡੇ ਸੱਜੇ ਉੱਪਰਲੇ ਪਾਸੇ ਲੈ ਕੇ ਆਉਂਦੀਆਂ, ਉੱਥੇ ਕਲੈਕਟ ਹੁੰਦਾ ਰਹਿੰਦਾ। ਜਦੋਂ ਫਿਲ ਹੁੰਦਾ ਫਿਰ ਉਹ ਵਾਲ ਦੇ ਥਰੂ ਪੰਪ ਕਰਕੇ ਸੱਜੇ ਵੈਂਟਰੀਕਲ 'ਚ, ਰਾਈਟ ਵੈਂਟਰੀਕਲ 'ਚ ਭੇਜਦਾ, ਉੱਥੇ ਕਲੈਕਟ ਹੋ ਕੇ ਫਿਰ ਉਹ ਪੰਪ ਕਰਦਾ। ਇੱਕ ਨਾਂ ਹੈਗਾ ਪਲਮਨਰੀ ਆਰਟਰੀ, ਜਿਹੜੀ ਨਸ ਖੂਨ ਦੀ ਲੈ ਕੇ ਜਾਂਦੀ ਹੈ ਲਹੂ ਸਾਡੇ ਫੇਫੜਿਆਂ 'ਚ। ਫੇਫੜਿਆਂ 'ਚ ਉਹਨੂੰ ਆਕਸੀਜਨ ਮਿਲਦਾ, ਜਿਹਦਾ ਆਕਸੀਜਨ ਜਿਹੜਾ ਵਾਲਾ ਬਲੱਡ ਹੈਗਾ ਉਹ ਫਿਰ ਖੱਬੇ ਪਾਸੇ ਉੱਪਰ ਪਾਸੇ ਹੁੰਦਾ, ਉਹਨੂੰ ਕਹਿੰਦੇ ਲੈਫਟ ਏਟਰੀਅਮ ਉਹਦਾ ਨਾਂ ਹੈਗਾ, ਉੱਥੇ ਕਲੈਕਟ ਹੁੰਦਾ ਰਹਿੰਦਾ। ਫਿਰ ਜਿਹੜਾ ਵਾਲ ਹੈਗਾ ਮਾਈਟਰਲ ਵਾਲ, MITRAL, ਉਹਦੇ ਥਰੂ ਲੈਫਟ ਵੈਂਟਰੀਕਲ 'ਚ ਜਾਂਦਾ, ਜਿਹੜਾ ਸਭ ਤੋਂ ਪਾਵਰਫੁਲ ਹਿੱਸਾ ਸਾਡੇ ਹਾਰਟ ਦਾ। ਉਹ ਫਿਰ ਪੰਪ ਕਰਦਾ ਅਤੇ ਆਇਓਟਾ ਦੇ ਥਰੂ ਸਾਡੇ ਪੂਰੇ ਬੋਡੀ 'ਚ ਸਪਲਾਈ ਹੁੰਦਾ। ਅਗਰ ਮੈਂ ਸਾਡੀ ਬੋਡੀ ਦੀ ਹਰ ਇੱਕ ਖੂਨ ਦੀ ਜਿਹੜੀ ਆਰਟਰੀ ਆ ਉਹ ਕੱਢ ਕੇ ਮੈਂ ਉਹਨੂੰ ਮਿਣਨਾ ਸ਼ੁਰੂ ਕਰ ਦਵਾਂ ਤਕਰੀਬਨ 1,60,000 ਕਿਲੋਮੀਟਰ ਦੇ ਕਰੀਬਨ ਹੋ ਜਾਊਗੀ। ਇੰਨਾ ਮਤਲਬ ਇਹ ਨੈਟਵਰਕ ਮਹਾਰਾਜ ਨੇ ਸਾਡੇ ਵਿੱਚ ਕ੍ਰੀਏਟ ਕੀਤਾ ਹੋਇਆ ਸੂਖਸ਼ਮ ਪੱਧਰ ਦੇ ਉੱਤੇ, ਤਾਂ ਕਿ ਹਰ ਇੱਕ ਸੈੱਲ ਨੂੰ ਆਕਸੀਜਨ, ਗਲੂਕੋਜ਼ ਅਤੇ ਹੋਰ ਜਿਹੜੀ ਲੋੜ ਵਾਲੀਆਂ ਚੀਜ਼ਾਂ ਉਹ ਪਹੁੰਚਦੀ ਜਾਣ। ਹੋਰ ਹਾਰਟ ਜਦੋਂ ਪੰਪ ਕਰਦਾ
ਕਰੀਬਨ ਉਹ ਪ੍ਰੈਸ਼ਰ ਡਿਵੈਲਪ ਕਰਦਾ ਜਿਹਦੇ ਨਾਲ ਉਹ ਗਾਂਹ ਜਾਂਦਾ। ਜਦੋਂ ਹੁਣ ਪਾਣੀ ਆ ਸਾਡੇ ਘਰ ਹੁੰਦਾ, ਪਿੱਛੋਂ ਸਿਟੀ ਪ੍ਰੈਸ਼ਰ ਦੇ ਨਾਲ ਭੇਜ ਰਹੀ ਹੈ ਨਾ, ਅਗਰ ਪ੍ਰੈਸ਼ਰ ਨਹੀਂ ਹੈ ਤੇ ਉਹ ਪਾਣੀ ਆਊਗਾ ਹੀ ਨਹੀਂ, ਹੈ ਨਾ। ਜਿੱਦਾਂ ਹੁਣ ਬੰਬੇ ਜਿਹੜੀ ਸਾਡੀ ਅਪਾਰਟਮੈਂਟ ਬਿਲਡਿੰਗ ਹੈ, ਥੱਲੇ ਮੋਟਰ ਲੱਗੀ, ਪਹਿਲਾਂ ਟਾਂਕੀ 'ਚ ਪਾਣੀ ਇਕੱਠਾ ਹੁੰਦਾ, ਫਿਰ ਪੰਪ ਦੇ ਨਾਲ ਉਹਨੂੰ ਵੱਡੀ ਟਾਂਕੀ ਉੱਤੇ ਚੜਾਉਂਦੇ ਆ, ਫਿਰ ਉਹ ਗ੍ਰੈਵਿਟੀ ਦੇ ਨਾਲ ਥੱਲੇ ਡਰਿਫਟ ਹੁੰਦਾ। ਹੁਣ ਜਦੋਂ ਰੋਗ ਆਖੀਏ, ਇੱਕ ਤਾਂ ਹੈਗੇ ਜਮਾਂਦਰੂ ਰੋਗ ਜਿਹੜੇ ਮੈਂ ਬੱਚਿਆਂ 'ਚ ਦੇਖਦਾ, ਰਾਈਟ ਐਟ ਬਰਥ ਸਾਨੂੰ ਕਈ ਵਾਰ ਪਤਾ ਲੱਗ ਜਾਂਦਾ, ਬੱਚੇ ਦੇ ਬੁੱਲ ਜਿਹੜੇ ਹੈਗੇ ਨੀਲੇ ਹੋਣੇ ਸ਼ੁਰੂ ਹੋ ਜਾਂਦੇ। ਅੱਛਾ ਜੀ। ਉਹਨੂੰ ਕਹਿੰਦੇ ਸਾਈਨੋਸਿਸ, CYNOSS। ਉਹ ਬੱਚੇ ਨੂੰ ਸਾਹ ਦੀ ਪ੍ਰੋਬਲਮ ਹੈਗੀ ਆ, ਫੀਡਿੰਗ ਦੀ ਪ੍ਰੋਬਲਮ ਹੈ, ਚੋਕਿੰਗ ਆ। ਜਦੋਂ ਲਿਸਨ ਕਰਦੇ ਆ ਹਾਰਟ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਆਵਾਜ਼ਾਂ ਹੁੰਦੀਆਂ, ਉਹਨੂੰ ਆਪਾਂ ਮਰਮਰ ਕਹਿੰਦੇ ਆ, MUR। ਕਿੰਨੇ ਕੁ ਚਿਰ ਬਾਅਦ ਪਤਾ ਲੱਗਦਾ ਹੈ ਜੀ? ਕਈ ਵਾਰ ਇਮੀਡੀਏਟਲੀ ਪਤਾ ਲੱਗ ਜਾਂਦਾ, ਬਰਥ ਤੋਂ ਬਾਅਦ? ਹਾਂ, ਕਈ ਵਾਰ 3-4 ਦਿਨਾਂ ਬਾਅਦ। ਜਿਹੜਾ ਹੋਲ ਆ ਥੱਲੇ ਜਿਹੜਾ, ਉਹ ਲੇਟਰ ਔਨ ਹੁੰਦਾ, ਕਿਉਂਕਿ ਪ੍ਰੈਸ਼ਰ ਥੋੜੇ ਸਟੇਬਲਾਈਜ਼ ਨਹੀਂ ਹੋਏ ਹੁੰਦੇ ਉਦੋਂ। ਤੇ ਉਦੋਂ ਫਿਰ ਅਸੀਂ ਜਿਹੜਾ ਅਲਟਰਾਸਾਊਂਡ ਹਾਰਟ ਦਾ, ਜਿਹਨੂੰ ਐਕੋ ਕਹਿੰਦੇ ਆ, ECHO, ਉਸ ਤੋਂ ਜਾਣਕਾਰੀ ਕਰਕੇ ਪਤਾ ਕਰਦੇ ਵੀ ਰੋਗ ਕੀ ਹੈਗਾ, ਉਸ ਹਿਸਾਬ ਦੇ ਨਾਲ ਇਲਾਜ ਚੱਲਦਾ। ਇਹ ਤਾਂ ਹੈਗਾ ਜਮਾਂਦਰੂ ਰੋਗ। ਹੁਣ ਆਪਾਂ ਗੱਲ ਕਰੀਏ ਐਡਲਟਸ ਦੇ ਵਿੱਚ, ਜਾਂ ਤੁਹਾਨੂੰ ਜਿਹੜਾ ਸਭ ਤੋਂ ਵੱਡਾ ਪ੍ਰੋਬਲਮ ਹੈਗੀ ਹੈ, ਹੁਣ ਜਦੋਂ ਹਾਰਟ ਹੈਗਾ ਇੱਕ ਪੰਪ ਆ, ਉਹ ਵੀ ਮਸਲ ਹੈ, ਜਿੱਦਾਂ ਸਾਡੇ ਮੋਢੇ ਦੀ ਮਸਲ ਆ, ਪੱਟ ਦੀ ਮਸਲ ਹੈ, ਤੇ ਉਹਨੂੰ ਵੀ ਤਾਂ ਭੋਜਨ ਚਾਹੀਦਾ। ਉਹਦੇ ਬਾਹਰ ਜਿਹੜੀ ਆਰਟਰੀਜ਼ ਹੈ ਉਹਨੂੰ ਕਹਿੰਦੇ ਕੋਰੋਨਰੀ, CORONARIS। ਉਹ ਜਿਹੜੀ ਹਾਰਟ ਦੀ ਮਸਲ ਆ ਉਹਨੂੰ ਫੀਡ ਕਰਦੀ ਹੈ ਵੀ ਤੈਨੂੰ ਵੀ ਤੇ ਊਰਜਾ ਚਾਹੀਦੀ ਹੈ, ਰੋਟੀ ਪਾਣੀ ਚਾਹੀਦਾ ਕੰਮ ਕਰਨ ਵਾਸਤੇ, ਹੈ ਨਾ। ਜਦੋਂ ਕੋਰਨਰੀ ਆਰਟਰੀ ਸਮਝੋ ਹੈਗੀ ਆ, ਹੌਲੀ ਹੌਲੀ ਇਹਦੇ ਵਿੱਚ ਪਲਾਕ, ਜਿਵੇਂ ਕੋਲੇਸਟਰੋਲ ਦਾ ਬਣਿਆ ਹੋਇਆ, ਜੰਮਣਾ ਸ਼ੁਰੂ ਹੋ ਜਾਏ, ਤੇ ਉਹ ਗਤੀਵਿਧੀ ਥੋੜੀ ਭੀੜੀ ਹੁੰਦੀ ਜਾਂਦੀ। ਇੱਕ ਟਾਈਮ ਆਉਂਦਾ ਵੀ ਪਲਾਕ ਟੁੱਟ ਜਾਂਦਾ, ਉਹ 'ਚ ਫਿਰ ਇਨਫਲੇਮੇਸ਼ਨ ਹੁੰਦੀ ਹੈ, ਕਲੌਟਿੰਗ ਹੁੰਦੀ ਹੈ, ਤੇ ਲਹੂ ਅੱਗੇ ਨਹੀਂ ਆਉਂਦਾ, ਉਹ ਹਾਰਟ ਅਟੈਕ ਦਾ ਕਾਰਨ ਬਣਦਾ। ਸੋ ਓਵਰ ਪੀਰੀਅਡ ਆਫ ਟਾਈਮ, ਇੱਦਾਂ ਨਹੀਂ ਵੀ ਇੱਕ ਦਿਨ 'ਚ ਹੋ ਜਾਂਦਾ, ਕਈ ਦਹਾਕੇ ਲੱਗ ਜਾਂਦੇ ਆ, ਕਈ ਵਾਰ 20-40 ਸਾਲ ਲੱਗਦੇ ਹੌਲੀ ਹੌਲੀ ਹੁੰਦਿਆਂ ਨੂੰ। ਤਾਂ ਹੀ ਤੁਸੀਂ ਦੇਖੋਗੇ ਅਗਰ ਹਾਰਟ ਡਿਜ਼ੀਜ਼ ਦਾ ਆਗਾਜ਼ 20-22 ਸਾਲ 'ਚ ਹੋਇਆ ਤੇ ਉਹਦਾ ਅਸਰ 60 ਸਾਲ 'ਚ ਕਈ ਵਾਰ ਪਤਾ ਲੱਗੂਗਾ। ਹੁਣ ਜਿਹੜੀ ਕੋਰਨਰੀ ਆਰਟਰੀ ਡਿਜ਼ੀਜ਼ ਆ, ਉਹਨੂੰ CAD ਵੀ ਕਹਿੰਦੇ ਆ, ਉਹਦੇ ਵਿੱਚ ਬੰਦਿਆਂ ਦੇ ਵਿੱਚ ਤੇ ਕਲਾਸੀਕਲ ਆ ਵੀ ਛਾਤੀ 'ਚ ਜ਼ੋਰ ਦੀ ਦਰਦ ਹੋਈ, ਉਹਨਾਂ ਨੂੰ ਮਹਿਸੂਸ ਹੋਇਆ ਵੀ ਹਾਰਟ ਅਟੈਕ ਹੋ ਰਿਹਾ। ਕਈ ਲੇਡੀਜ਼ ਦੇ ਵਿੱਚ ਉਹਨਾਂ ਦੇ ਲੱਛਣ ਅਲੱਗ ਹੋ ਸਕਦੇ ਆ, ਉਹਨਾਂ ਦੇ ਹੱਥ ਦੇ ਵਿੱਚ ਕੀੜੀਆਂ ਤੁਰ ਸਕਦੀਆਂ, ਉਲਟੀ ਹੋਣ ਨੂੰ ਹੋ ਸਕਦਾ, ਸਾਹ ਚੜ ਸਕਦਾ, ਪਸੀਨਾ ਆ ਸਕਦਾ, ਤਰਥੱਲੀ ਹੋ ਸਕਦੀ ਹੈ। ਬੰਦਿਆਂ 'ਚ ਕਈ ਵਾਰ ਸਾਡੇ ਜਿਹੜਾ ਜੌ ਆ, ਜਬੜਾ, ਇੱਥੇ ਪੇਨ ਹੋ ਸਕਦੀ, ਮੋਢੇ ਤੱਕ ਵੀ ਜਾ ਸਕਦੀ ਹੈ, ਕਿਉਂਕਿ ਜਿਹੜੀ ਨਰਵ ਸਪਲਾਈ ਉਹ ਸੇਮ ਹੀ ਆ, ਚੈਸਟ ਵਾਲ ਨੂੰ, ਜਬੜੇ ਨੂੰ ਤੇ ਸ਼ੋਲਡਰ ਨੂੰ, ਉਹਨੂੰ ਕਹਿੰਦੇ ਰੇਡੀਏਟਿੰਗ ਪੇਨ। ਸੋ ਇਹ ਹਾਰਟ ਅਟੈਕ ਇੱਕ ਐਮਰਜੈਂਸੀ ਆ। ਅਗਰ ਆਪਾਂ ਉਹਦਾ ਸਹੀ ਟਾਈਮ 'ਤੇ ਇਲਾਜ ਨਾ ਕਰੀਏ ਤਾਂ ਹਾਰਟ ਦੀ ਉਨੀ ਮਸਲ ਜਿਹੜੀ ਉਹ ਡੈਮੇਜ ਹੋ ਗਈ ਤੇ ਫਿਰ ਉਹ ਸਕਾਰਿੰਗ ਹੋਏਗੀ, ਫਿਰ ਉਹਨੇ ਗਾਂਹ ਕੰਮ ਨਹੀਂ ਠੀਕ ਕਰਨਾ। ਕਈ ਵਾਰ ਹਾਰਟ ਅਟੈਕ ਦੇ ਦੌਰਾਨ ਮੌਤਾਂ ਵੀ ਹੁੰਦੀਆਂ। ਸੋ ਇਹ ਲੀਡਿੰਗ ਕਾਜ਼ ਮੈਂ ਤੁਹਾਨੂੰ ਦੱਸਿਆ ਵੀ 10 ਤੋਂ 12 ਮੌਤਾਂ ਐਵਰੀਡੇ ਹੋ ਰਹੀਆਂ। ਦੂਜਾ ਹੈਗਾ ਵੀ ਹਾਰਟ ਦਾ ਮਸਲ ਇਟਸੈਲਫ ਜਿਹੜਾ ਹੈਗਾ, ਉਹਦੇ ਵਿੱਚ ਪ੍ਰੋਬਲਮ ਪਏ। ਹੁਣ ਉਹ ਬਹੁਤਾ ਕਰਕੇ ਸਾਡੀ ਕਮਿਊਨਿਟੀ 'ਚ ਹੈਗੇ ਸ਼ਰਾਬ ਦੀ ਸੇਵਨ ਕਰਕੇ, ਵੀ ਹਾਰਟ ਦੀ ਮਸਲ ਗਲ ਗਈ, ਖਰਾਬ ਹੋ ਗਈ, ਵੀ ਜਿੰਨੂੰ ਉਹਨੂੰ ਸਟਰੋਂਗ ਹੋਣਾ ਚਾਹੀਦਾ ਸੀ ਕਮਜ਼ੋਰ ਹੋ ਗਏ, ਉਹ ਪੰਪ ਨਹੀਂ ਕਰ ਪਾ ਰਿਹਾ ਹਾਰਟ। ਹੁਣ ਪੰਪ ਜਿਹੜਾ ਹੈਗਾ ਉਹਦੇ ਲਈ ਸਟਰੋਂਗ ਪਾਵਰ ਚਾਹੀਦੀ ਆ, ਉਹਦੀ ਮਸਲ ਜਿਹੜੇ ਹੈਗੇ ਕਮਜ਼ੋਰ ਹੋ ਗਏ, ਉਹ ਪੰਪ ਨਹੀਂ ਕਰ ਪਾ ਰਹੇ। ਉਹ 'ਚ ਹੋਊਗਾ ਵੀ ਬੰਦੇ ਦੇ ਵਿੱਚ ਜਾਨ ਘੱਟ ਹੋਊਗੀ, ਥਕੇਵਾਂ ਹੋਊਗਾ, ਥੱਲੇ ਗਿੱਟਿਆਂ 'ਚ ਸੋਜ ਹੋਣੀ ਸ਼ੁਰੂ ਹੋਊਗੀ, ਪੌੜੀਆਂ ਨਹੀਂ ਚੜ ਸਕਦਾ, ਸਾਹ ਬਹੁਤ ਛੇਤੀ ਆਉਣ ਲੱਗ ਪੈਂਦਾ। ਇਹ ਕੁਛ ਇੱਕ ਲੱਛਣ ਹੋਣਗੇ। ਜਿਹੜਾ ਹਾਰਟ ਦੇ ਵਾਲਵ ਹੈਗੇ ਆ, ਜਿੱਦਾਂ ਮੈਂ ਦੱਸਿਆ ਸੀ, ਸੱਜੇ ਪਾਸੇ ਉਹਦਾ ਨਾਂ ਟ੍ਰਾਈਕਸਪਿਡ ਆ ਤੇ ਖੱਬੇ ਪਾਸੇ ਮਾਈਟਰਲ ਵਾਲਵ, ਉਹਨਾਂ ਦੀ ਪ੍ਰੋਬਲਮ ਹੈਗੀ, ਜਾਂ ਪਲਮਨਰੀ ਵਾਲਵ ਦੀ ਜਾਂ ਏਓਰਟਿਕ ਵਾਲਵ ਜਿਹੜੀ ਬਲੱਡ ਵੈਸਲ, ਉਹਦੇ ਵਿੱਚ ਕਈ ਵਾਰ ਚੱਕਰ ਆਉਣ ਨੂੰ ਹੋਊਗਾ, ਕਈ ਵਾਰ ਜਿਹੜਾ ਹੈਗਾ ਤੁਹਾਨੂੰ ਸਾਹ ਚੜੂਗਾ, ਕਈ ਵਾਰ ਲੱਗੂਗਾ ਵੀ ਆਪਾਂ ਹੁਣ ਬਿਲਕੁਲ ਕੁਛ ਨਹੀਂ ਕਰ ਸਕਦੇ, ਵੀ ਸਾਡੇ ਵਿੱਚ ਕੋਈ ਜਾਨ ਨਹੀਂ ਹੈਗੀ। ਜਿਹੜੇ ਹਾਰਟ ਦੇ ਇਨਫੈਕਸ਼ਨ ਆ ਕੈਨੇਡਾ ਅਮਰੀਕਾ 'ਚ ਮੈਂ ਦੇਖੇ ਨਹੀਂ ਆ, ਇੰਡੀਆ 'ਚ ਜਦੋਂ ਮੈਂ ਟ੍ਰੇਨਿੰਗ ਕਰਦਾ ਸੀ MBBS, ਉਹ ਰੋਮੈਟਿਕ ਹਾਰਟ ਡਿਜ਼ੀਜ਼ ਕਹਿੰਦੇ ਆ, ਵੀ ਬੈਕਟੀਰੀਆ ਦੇ ਨਾਲ ਹਾਰਟ 'ਚ ਇਨਫੈਕਸ਼ਨ ਹੁੰਦਾ, ਉਹਦੇ 'ਚ ਬੁਖਾਰ ਹੋਊਗਾ, ਹਾਰਟ ਦੇ ਜਿਹੜੇ ਟੈਸਟ ਐਬਨੋਰਮਲ ਹੋਣਗੇ, ਛਾਤੀ 'ਚ ਦਰਦ ਹੋਊਗੀ, ਸਾਹ ਲੈਣ 'ਚ ਔਖਿਆਈ ਹੋਏਗੀ। ਸੋ ਵੱਖ-ਵੱਖ ਹਿੱਸੇ ਹਾਰਟ ਦੇ ਵੱਖ-ਵੱਖ ਇਹ ਲੱਛਣ ਹੋ ਸਕਦੇ ਆ। ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ 10-12 ਮੌਤਾਂ ਕੈਨੇਡਾ ਦੇ ਵਿੱਚ ਰੋਜ਼ ਹਾਰਟ ਪ੍ਰੋਬਲਮਸ ਦੇ ਨਾਲ ਹੋ ਰਹੀਆਂ, ਔਰ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ। ਇੰਨੀ ਸਾਇੰਸ ਤਰੱਕੀ ਕਰ ਗਈ ਹੈ, ਇੰਨਾ ਸਾਡਾ ਬੈਸਟ ਮੈਡੀਕਲ ਸਿਸਟਮ ਆ ਇੱਥੋਂ ਦਾ, ਇਹ ਰੁਕਦੀਆਂ ਕਿਉਂ ਨਹੀਂ? ਲੋਕ ਨਹੀਂ ਸਮਝਦੇ, ਗੜਬੜ ਕਿੱਥੇ ਹੈ ਜੀ? ਗੜਬੜ ਪ੍ਰੀਵੈਂਸ਼ਨ 'ਚ ਆ। ਤੁਸੀਂ ਦੇਖੋ ਹੁਣ ਕਈ ਕਬੀਲੇ ਹੈਗੇ, ਖਾਸ ਕਰਕੇ ਜਿਹੜਾ ਐਮਾਜ਼ੋਨ ਰੇਨ ਫੋਰੈਸਟ ਆ ਜਾਂ ਹੋਰ ਆਦੀਵਾਸੀ ਰਹਿੰਦੇ ਆ, ਉੱਥੇ ਜ਼ੀਰੋ ਹਾਰਟ ਅਟੈਕ ਹੈ ਹੀ ਨਹੀਂ। ਹਾਰਟ ਅਟੈਕ ਹੈ ਹੀ ਨਹੀਂ ਉੱਥੇ? ਹੈ ਹੀ ਨਹੀਂ। ਤੁਸੀਂ CNN ਡਾਕੂਮੈਂਟਰੀ ਦੇਖਿਓ ਡਾਕਟਰ ਸੰਜੇ ਗੁਪਤਾ ਦੀ, ਉਹਦਾ ਨਾਂ ਹੈਗਾ ਨੋ ਮੋਰ ਹਾਰਟ ਅਟੈਕ ਇਨ ਅਮਰੀਕਾ। ਉਹਦਾ ਵਿਸ਼ਲੇਸ਼ਣ ਇਹ ਦੱਸਦੇ ਆ ਵੀ ਅਗਰ ਉਸ ਕਬੀਲਿਆਂ 'ਚ ਹਾਰਟ ਅਟੈਕ ਨਹੀਂ ਹੈ, ਸਾਡੇ ਕਿਉਂ ਆ? ਮੇਨ ਰੀਜ਼ਨ
ਸਾਡੀ ਜਿਹੜੇ ਤਰਜ਼ੇ ਜ਼ਿੰਦਗੀ ਔਰ ਸਾਡਾ ਖਾਣਾ ਔਰ ਸਟ੍ਰੈਸ, ਤਿੰਨ ਮੇਨ ਕਾਰਨ ਆ ਗਏ ਇਹ 'ਚ। ਅੱਛਾ ਜੀ। ਹੁਣ ਜਿਹੜੇ ਕਬੀਲਿਆਂ 'ਚ ਲੋਕੀ ਰਹਿੰਦੇ ਆ, ਜਿਹੜੇ ਆਦਿਵਾਸੀ ਲੋਕ ਆ, ਉਹ ਅਜੇ ਵੀ ਤੀਰ ਕਮਾਨ ਦੇ ਨਾਲ ਸ਼ਿਕਾਰ ਕਰਦੇ, ਉਹਨਾਂ ਕੋਲ ਪਿਸਟਲ ਨਹੀਂ ਆ, ਰਾਈਫਲ ਨਹੀਂ ਆ, ਕੁਝ ਨਹੀਂ ਹੈਗਾ, ਤੇ ਉਹਨਾਂ ਨੇ ਉੱਪਰ ਥੱਲੇ ਸ਼ਿਕਾਰ ਦੇ ਮਗਰ ਦੌੜਨਾ, ਐਕਸਰਸਾਈਜ਼ ਹੁੰਦੀ ਹੈ ਨਾ। ਜਿਹੜਾ ਜਾਨਵਰ ਦਾ ਸ਼ਿਕਾਰ ਕਰਨਾ, ਉਹ ਤੋਂ ਪ੍ਰੋਟੀਨ ਮਿਲਦੀ ਹੈ, ਮਸਾਂ ਉੱਥੇ ਕੋਈ ਫਲ ਫਰੂਟ ਜਾਂ ਹੋਰ ਕੋਈ ਅਨਾਜ ਹੁੰਦੇ। ਸੋ ਉਹਨਾਂ ਦੀ ਡਾਇਟ ਬੜੀ ਅੱਛੀ ਆ, ਔਰ ਉਹਨਾਂ ਦਾ ਜਿਹੜਾ ਆਬੋ ਹਵਾ ਆ ਉਹ ਕੰਟੈਮੀਨੇਟਿਡ ਨਹੀਂ ਆ, ਪਾਣੀ ਉਹਨਾਂ ਦਾ ਪਿਓਰ ਹੈਗਾ, ਹਵਾ ਜਿਹੜੀ ਉਹ ਪਿਓਰ ਹੈਗੀ ਆ, ਕਿਉਂਕਿ ਕੋਈ ਇੰਡਸਟਰੀ ਨਹੀਂ ਹੈਗੀ। ਉਹਨਾਂ ਦਾ ਸਟ੍ਰੈਸ ਨਹੀਂ ਹੈਗਾ, ਕਿਉਂਕਿ ਉੱਥੇ ਨਾ ਬਿਜਲੀ ਆ, ਉੱਥੇ ਸੂਰਜ ਦੇ ਨਾਲ ਜਦੋਂ ਸੂਰਜ ਆਇਆ ਉਹ ਜਾਗ ਪਏ, ਜਦੋਂ ਹਨੇਰਾ ਹੋਇਆ ਸੌਂ ਗਏ, ਹੈ ਨਾ। ਬੋਝ ਨਹੀਂ ਹੈਗਾ ਕੋਈ ਬੈਂਕਿੰਗ ਦਾ, ਮੇਰਾ ਇੰਨਾ ਨਫਾ ਇੰਨਾ ਨੁਕਸਾਨ ਹੈਗਾ, ਹੈ ਨਾ, ਪੈਸੇ ਦੀ ਤਮਾ ਨਹੀਂ ਹੈਗੀ। ਸੋ ਜਿਹੜੀ ਸਾਡੇ ਨਾ ਬਿਲ ਕਲਿੰਟਨ ਸਾਹਿਬ ਆ, ਉਹਨਾਂ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆਈ। ਅੱਛਾ ਜੀ। ਫਿਰ ਉਹਨਾਂ ਨੇ ਬਾਈਪਾਸ ਕਰਵਾਈ। ਉਦੋਂ ਉਹ ਇੱਕ ਬੁੱਕ ਲਿਖ ਰਹੇ ਸੀ, ਤੇ ਜਿਹੜੇ ਉਹਦੇ ਨਾਲ ਸੀ ਉਹਦੇ ਫਰੈਂਡ, ਉਹ ਕਹਿੰਦੇ ਵੀ ਤੇਰਾ ਰੰਗ ਠੀਕ ਨਹੀਂ ਲੱਗਦਾ, ਤੂੰ ਥੱਕਾ ਲੱਗਦਾ। ਉਹ ਕਹਿੰਦਾ ਨਹੀਂ ਨਹੀਂ ਮੈਂ ਠੀਕ ਆ, ਮੈਂ ਬੁੱਕ ਲਿਖੀ। ਉਹ ਕਹਿੰਦੇ ਨਹੀਂ ਤੂੰ ਚੈੱਕ ਕਰਾਇਆ ਤਾਂ ਉਹਦੀ ਨਾੜੀਆਂ ਸਾਰੀਆਂ ਆਲਮੋਸਟ 90% ਬਲੌਕ ਸੀ, ਹੈ ਨਾ। ਫਿਰ ਉਹਨੂੰ ਸਰਜਰੀ ਕਰਨੀ ਪਈ। ਹੁਣ ਸਰਜਰੀ ਦੋ ਕਿਸਮ ਦੀ ਹੁੰਦੀ ਹੈ, ਇੱਕ ਹੁੰਦੀ ਆ ਸਟੈਂਟ ਪਾਉਣਾ, ਜਿਹੜੇ ਪੱਟ ਦੀ ਜਿਹੜੀ ਵੈਸਲ ਹੈ ਫੈਮੋਰਲ ਆਰਟਰੀ, ਉਹਦੇ ਥਰੂ ਅਸੀਂ ਵਾਇਰ ਪਾ ਕੇ ਉਹਦੇ ਉੱਤੇ ਸਟੈਂਟ ਪਾਉਂਦੇ ਆ। ਉਹ ਹੁੰਦਾ ਤਾਂ ਟਿਊਬ ਵਰਗਾ, ਲੇਕਿਨ ਅੰਦਰੋਂ ਛਤੜੀ ਵਾਂਗਰ ਖੁੱਲ ਜਾਂਦਾ, ਫਿਰ ਤਾਂ ਕਿ ਅੰਦਰ ਨਾਸਤੇ ਵਿੱਚ ਪਾ ਕੇ ਉੱਥੇ ਤੇ ਉਹਨੂੰ ਖੋਲੀਏ, ਤੇ ਫਿਰ ਉਹ ਜਿਹੜਾ ਹੈਗਾ ਆਪਾਂ ਕਿਹਾ ਸੀ ਨਾ ਪਲਾਕ, ਉਹਨੂੰ ਉਹ ਪ੍ਰੈਸ ਕਰ ਦਿੰਦਾ ਸਾਈਡ 'ਚ, ਵੀ ਉਹ ਗਤੀਵਿਧੀ ਖੂਨ ਦੀ ਚੱਲਦੀ ਰਹੇ, ਹੈ ਨਾ। ਇਹ ਡਾਕਟਰ ਫਿਰ ਇੱਥੋਂ ਪੱਟ ਤੋਂ ਨਾੜੀ ਜਿਹੜੀ ਆ ਦਿਲ ਤੱਕ ਜਾਂਦੀ ਹੈ ਜਾਂ ਵਾਇਰ ਪਾਈ ਦੀ ਆ, ਕੈਥੇਟਰ ਉਹਨੂੰ ਕਹਿੰਦੇ, ਹੈ ਨਾ। ਅੱਛਾ ਜੀ। ਜਦੋਂ ਮੈਂ ਵੀ ਉਹ ਪ੍ਰੋਸੀਜਰ ਕੀਤੇ, ਜਦੋਂ ਮੈਂ ਟ੍ਰੇਨਿੰਗ ਕਰਦਾ ਸੀ, ਹੁਣ ਤਾਂ ਮੈਂ ਹਾਰਟ ਸਪੈਸ਼ਲਿਸਟ ਨਹੀਂ ਹੈਗਾ, ਮੇਰੀ ਡਾਕਟਰ ਕਰਦੀ ਹੈ। ਸੋ ਉਹਨੂੰ ਕਹਿੰਦੇ ਕੈਥੇਟਰ ਪ੍ਰੋਸੀਜਰ। ਉਹ ਫਿਰ ਤੁਸੀਂ ਨਾਲੇ ਰੇਡੀਓਲੋਜੀਕਲ ਗਾਈਡੈਂਸ ਆ, ਤੁਸੀਂ ਗਏ ਪਹਿਲੋਂ ਆਇਓਟਾ ਦੇ ਇੱਥੇ ਗਏ, ਆਇਓਟਾ ਦੇ ਵਿੱਚੋਂ ਦੀ ਫਿਰ ਕੋਰਨਰੀ ਆਰਟਰੀਜ਼ 'ਚ ਗਏ, ਜਿੱਥੇ ਮਸਲਾ ਹੈਗਾ ਉਹ ਸਾਰਾ ਤੁਹਾਨੂੰ ਗਾਈਡੈਂਸ 'ਚ ਰੇਡੀਓਲੋਜੀਕਲੀ ਪਤਾ ਲੱਗਦਾ। ਔਰ ਉੱਥੇ ਫਿਰ ਇੱਕ ਹੁੰਦਾ ਵੀ ਉਹਦੇ ਉੱਤੇ ਸਟੈਂਟ ਚੜਾਉਣਾ, ਤੇ ਹੁੰਦਾ ਇਹ ਸਿਲੰਡਰ ਵਾਂਗਰ ਆ ਰੈਕਟੈਂਗੂਲਰ, ਉਹ ਛਤਰੀ ਵਾਂਗਰ ਬੰਦ ਹੁੰਦਾ, ਫਿਰ ਅੰਦਰ ਜਾ ਕੇ ਉਹਨੂੰ ਉਹ ਖੋਲ ਵੀ ਸਕਦੇ ਆ ਉਹਦਾ, ਹੈ ਨਾ। ਇਹ ਸਟੈਂਟ ਜਿਹੜੇ ਹੈਗੇ ਆ ਕਰੀਬਨ 5 ਤੋਂ 10 ਸਾਲ ਲਾਸਟ ਕਰ ਜਾਂਦੇ ਆ। ਹੁਣ ਕਈ ਸਟੈਂਟ ਆ ਉਹਦੇ ਆਊਟਸਾਈਡ 'ਚ ਦਵਾਈਆਂ ਵੀ ਪਾਈਆਂ, ਤਾਂ ਕਿ ਜਿਹੜੀ ਉਹ ਪਲਾਕ ਆ ਉਹਨੂੰ ਉਹ ਮੈਲਟ ਵੀ ਕਰਦੇ ਰਹਿਣ ਹੌਲੀ 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 ਹੌਲੀ। ਪਹਿਲੋਂ ਤਾਂ ਰੈਗੂਲਰ ਸਟੈਂਟ ਹੁੰਦੇ ਸੀ, ਹੁਣ ਮੈਡੀਕੇਟਡ ਸਟੈਂਟ ਵੀ ਹੈਗੇ ਆ। ਅਗਰ ਡਾਕਟਰ ਤੁਹਾਡਾ ਕਹੇ ਹਾਰਟ ਦਾ ਵੀ ਨਹੀਂ, ਤੁਹਾਡੀ ਕੋਰਨਰੀ ਆਰਟਰੀ ਡਿਜ਼ੀਜ਼ ਐਡਵਾਂਸ ਆ, ਸਟੈਂਟ ਜਿਹੜੇ ਹੈਗੇ ਕੰਮ ਨਹੀਂ ਕਰਨੇ, ਤਾਂ ਫਿਰ ਤੁਹਾਨੂੰ ਓਪਨ ਹਾਰਟ ਸਰਜਰੀ ਕਰਨੀ ਪੈਣੀ ਹੈ, ਜਿਹੜੇ ਇੱਥੋਂ ਛਾਤੀ ਤੋਂ ਕੱਟ ਕੇ ਤੁਹਾਨੂੰ ਹਾਰਟ ਲੰਗ ਮਸ਼ੀਨ 'ਚ ਪਾ ਕੇ ਹਾਰਟ ਨੂੰ ਉਦੋਂ ਸਵਾਲ ਕੇ ਫਿਰ ਹਾਰਟ ਦੇ ਉੱਤੇ ਸਰਜਰੀ ਹੁੰਦੀ ਹੈ। ਤੁਹਾਡੇ ਲੱਤ ਤੋਂ ਨਾ ਤੁਹਾਡੀ ਵੇਨ ਜਿਹੜੀ ਹੈਗੀ ਆ ਉਹ ਲਿੱਤੀ ਜਾਂਦੀ ਆ, ਉਹਦੇ ਪੀਸਿਸ ਆ ਵੀ ਹੁਣ ਇੱਥੇ ਬੰਨ ਲੱਗਾ, ਤੇ ਉਹਦੇ ਲਾਗੇ ਦੂਜਾ ਬ੍ਰਿਜ ਬਣਾ ਦਿਓ, ਉਹਨੂੰ ਕਹਿੰਦੇ ਕੈਬੇਜ, CABG, ਕੋਰਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ, CABG, ਤਾਂ ਕਿ ਉਹਦਾ ਸੈਪਰੇਟ ਉਹਦਾ ਬਲੱਡ ਫਲੋ ਦਾ ਲੂਪ ਬਣਾ ਦਿਓ, ਹੈ ਨਾ, ਵੀ ਉਹ ਏਰੀਆ ਜਿਹੜਾ ਬਲੌਕ ਉਹਨੂੰ ਰਹਿਣ ਦਿਓ, ਉਹਨੂੰ ਤੰਗ ਹੀ ਨਾ ਕਰੋ, ਹੈ ਨਾ। ਸੋ ਜਿਹੜੀ ਕੋਰਨਰੀ ਆਰਟਰੀ ਦੀ ਜਿਹੜੀ ਬਾਈਪਾਸ ਆ, ਇਹ ਕਰੀਬਨ 98% ਸਕਸੈਸਫੁਲ ਹੋ ਜਾਂਦੀ, ਵੀ ਉਹਨਾਂ ਨੂੰ ਸਿੰਪਟਮਸ ਨਹੀਂ ਹੁੰਦੇ, ਹਾਰਟ ਅਟੈਕ ਹੋਣ ਦੀ ਸੰਭਾਵਨਾ ਘਟ ਜਾਂਦੀ, ਲੇਕਿਨ ਮੋਨੀਟਰਿੰਗ ਕਰਨੀ ਪੈਂਦੀ ਆ। ਸੋ ਉਹਨਾਂ ਨੂੰ ਬਲੱਡ ਥਿਨਰ ਵੀ ਲੈਣੇ ਪੈਂਦੇ ਆ, ਵੀ ਉਹਨਾਂ ਦੀ ਜਿਹੜੀ ਖੂਨ ਦੀ ਗਤੀਵਿਧੀ ਰੁਕੇ ਨਾ, ਮੇਬੀ ਬੇਬੀ ਐਸਪਿਰਿਨ ਜਾਂ ਕਈਆਂ ਨੂੰ ਹੋਰ ਮੈਡੀਕੇਟਡ ਬਲੱਡ ਥਿਨਰ ਵੀ ਲੈਣੇ ਪੈ ਸਕਦੇ ਆ। ਇਹਦਾ ਮਤਲਬ ਡਾਕਟਰ ਸਾਹਿਬ, ਜਿਹੜਾ ਤੁਹਾਡੀ ਗੱਲਬਾਤ ਤੋਂ ਇੰਨੀ ਕਿ ਸਮਝ ਆਉਂਦੀ ਕਿ ਜਿਹੜਾ ਬੰਦਾ ਸਰੀਰ ਦਾ ਕੰਮ ਕਰਦਾ ਆ ਉਹ ਕਾਫੀ ਹੱਦ ਤੱਕ ਬਚ ਸਕਦਾ ਇਸ ਪ੍ਰੋਬਲਮ ਤੋਂ। ਬਿਲਕੁਲ ਤੁਸੀਂ ਦੇਖੋ, ਜਿਹੜੇ ਕੋਈ ਵੀ ਲੇਬਰ ਕੰਮ ਕਰਦਾ, ਉਹਨਾਂ ਨੂੰ ਅਗਰ ਹਾਰਟ ਅਟੈਕ ਹੁੰਦਾ, ਉਹਦੇ ਦੋ ਰੀਜ਼ਨ ਹੈ। ਕਈ ਵਾਰ ਤੁਹਾਡੀ ਫੈਮਿਲੀ ਦੇ ਵਿੱਚ ਜਿਹੜਾ ਉਹ ਚੱਲਦਾ ਹੈ ਨਾ, ਉਹ ਜੈਨੇਟਿਕਸ ਜਿਹੜੇ ਜੀਨਸ ਹੈ ਉਹ ਤੁਸੀਂ ਅਵੋਇਡ ਨਹੀਂ ਕਰ ਸਕਦੇ, ਜਾਂ ਫਿਰ ਖਾਣਾ ਜਿਹੜਾ ਅਗਰ ਠੀਕ ਨਹੀਂ ਹੈ। ਜਿਹੜਾ ਨਾ ਵੈਜੀਟੇਰੀਅਨ ਡਾਈਟ ਹੈਗੀ ਆ, ਉਹ ਹਾਰਟ ਦੇ ਲਈ ਸਭ ਤੋਂ ਵਧੀਆ। ਜਿਹੜੀ ਐਨੀਮਲ ਫੈਟ ਵਾਲੀ ਡਾਈਟ ਹੈ ਉਹ ਹਾਰਟ ਦੇ ਲਈ ਗੁੱਡ ਨਹੀਂ ਹੈਗੀ। ਈਵਨ ਬਿਲ ਕਲਿੰਟਨ ਅੱਜ ਵੈਜੀਟੇਰੀਅਨ ਹੋ ਗਿਆ। ਇੱਕ ਬਹੁਤ ਵੱਡੀ CEO ਸੀ, ਮੈਨੂੰ ਨਾਂ ਭੁੱਲ ਗਿਆ ਲੇਡੀ ਦਾ, ਉਹਨੂੰ ਡਾਕਟਰ ਨੇ ਕਿਹਾ ਵੀ ਤੇਰਾ ਤੇ ਬਾਈਪਾਸ ਕਰਨਾ ਪੈਣਾ। ਉਹ ਕਹਿੰਦੀ ਵੀ ਨਹੀਂ ਮੈਂ ਬਾਈਪਾਸ ਨਹੀਂ ਕਰਾਉਣਾ, ਮੈਨੂੰ ਕੁਝ ਦੱਸੋ। ਇੱਕ ਡਾਕਟਰ ਹੈਗਾ, ਮੈਨੂੰ ਉਹਦਾ ਨਾਂ ਭੁੱਲ ਗਿਆ, C ਤੋਂ ਸਟਾਰਟ ਹੁੰਦਾ, ਉਹ ਲੈਂਦਾ ਮਤਲਬ ਪ੍ਰਾਈਵੇਟ ਕੰਮ ਕਰਦਾ ਅਮਰੀਕਾ 'ਚ। ਸੋ ਉਹਨੇ ਉਹਨੂੰ ਬਕਾਇਦਾ ਪ੍ਰੋਪਰ ਡਾਈਟ, ਪ੍ਰੋਪਰ ਲਾਈਫ ਸਟਾਈਲ, ਸਟ੍ਰੈਸ ਮੈਨੇਜਮੈਂਟ ਕੀਤਾ, ਤੇ ਉਹਦੀ ਕੋਰਨਰੀ ਆਰਟਰੀ ਡਿਜ਼ੀਜ਼ ਰਿਵਰਸ ਵੀ ਹੋਈ ਬਿਨਾਂ ਸਰਜਰੀ ਤੋਂ। ਸੋ ਤੁਹਾਡੀ ਡਾਈਟ ਬੜੀ ਇੰਪੋਰਟੈਂਟ, ਜੋ ਆਪਾਂ ਮੂੰਹ 'ਚ ਪਾਉਂਦੇ। ਤੁਸੀਂ ਥੋੜਾ ਜਿਹਾ ਗੱਲ ਕੀਤਾ ਸੀ ਘਿਓ ਦਾ ਵੀ, ਹੈ ਨਾ, ਮਾੜਾ ਜਿਹਾ ਘਿਓ ਮਾੜਾ ਨਹੀਂ ਹੈਗਾ, ਬਟ ਅਗਰ ਆਪਾਂ ਬਹੁਤ ਜ਼ਿਆਦਾ ਲਵਾਂਗੇ ਤੇ ਉਹ 'ਚ ਫੈਟ ਜ਼ਿਆਦਾ ਹੈਗਾ। ਜਿਹੜਾ ਓਲਿਵ ਆਇਲ ਹੈਗਾ ਉਹ 'ਚ ਫੈਟ ਇੰਨਾ ਨਹੀਂ ਹੈਗਾ। ਜਿਹੜਾ ਆਪਾਂ ਮਾਰਜਰੀਨ ਯੂਜ਼ ਕਰਦੇ ਹਾਂ ਜਾਂ ਦੂਜਾ, ਉਹ 'ਚ ਫੈਟ ਜ਼ਿਆਦਾ। ਸੋ ਫੈਟੀ ਫੂਡ ਘੱਟ ਰੱਖਣਾ ਚਾਹੀਦਾ। ਦੂਜੀ ਤਰਾਸਤੀ ਹੈਗੀ ਸ਼ੂਗਰ। ਬਹੁਤ ਜ਼ਿਆਦਾ ਸ਼ੂਗਰ ਖਾਂਦੇ ਆ, ਸ਼ੂਗਰ ਬੋਡੀ ਵਿੱਚ ਸਟੋਰ ਫੈਟ ਕਰਕੇ ਹੀ ਹੁੰਦਾ।
ਐਕਸਟਰਾ ਸ਼ੂਗਰ ਨੂੰ ਬੋਡੀ ਫੈਟ ਬਣਾ ਕੇ ਸਟੋਰ ਕਰਦੀ ਹੈ। ਉਹਨੇ ਅੱਛਾ ਸਾਰੇ ਜੀ। ਪਾਸੇ ਸਟੋਰ ਕਰਨਾ, ਫਿਰ ਢਿੱਡ ਦੇ ਇੱਥੇ ਵੀ ਕਰਨਾ, ਹਾਰਟ ਦੇ ਇੱਥੇ ਵੀ ਕਰਨਾ, ਮੋਢਿਆਂ 'ਚ, ਗੋਡਿਆਂ 'ਚ, ਸਾਰੇ ਪਾਸੇ। ਸੋ ਇਸ ਲਈ ਸ਼ੂਗਰ ਦੀ ਇਨਟੇਕ ਜਿਹੜੀ ਹੈਗੀ ਆ ਉਹ ਵੀ ਘੱਟ ਰੱਖੋ। ਲੂਣ, ਹਾਂ, ਬਲੱਡ ਪ੍ਰੈਸ਼ਰ ਵੀ ਬਹੁਤ ਵੱਡਾ ਤਰਾਸਦੀ ਆ। ਸ਼ੂਗਰ, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ, 3 ਚੀਜ਼। ਸੋ ਅਗਰ ਆਪਾਂ ਕਹਿੰਦੇ ਆ ਤਾਂ ਆਪਾਂ ਕਹਿੰਦੇ ABCD। A ਦਾ ਅਰਥ ਹੁੰਦਾ ਹੀਮੋਗਲੋਬਿਨ A1C, ਵੀ ਤੁਹਾਡਾ ਸ਼ੂਗਰ ਠੀਕ ਹੈ ਕਿ ਨਹੀਂ। B ਦਾ ਅਰਥ ਹੁੰਦਾ ਬਲੱਡ ਪ੍ਰੈਸ਼ਰ ਠੀਕ ਹੈ ਕਿ ਨਹੀਂ। C ਦਾ ਅਰਥ ਹੁੰਦਾ ਕੋਲੇਸਟ੍ਰੋਲ ਠੀਕ ਹੈ ਕਿ ਨਹੀਂ। D ਦਾ ਅਰਥ ਹੁੰਦਾ ਵੀ ਤੁਹਾਡੀ ਜਿਹੜੀ ਹੈਗੀ ਆ ਓਵਰਆਲ ਜਿਹੜੀ ਡਿਜ਼ੀਜ਼ ਦਾ ਜਿਹੜਾ ਮੁਜਸਮਾ, ਉਹਦਾ ਆਪਾਂ ਨੰਬਰਸ ਹੁੰਦੇ ਆ ਜਿਹਨੂੰ ਮੈਟਾਬੋਲਿਕ ਸਿੰਡਰੋਮ ਆਪਾਂ ਕਹਿੰਦੇ ਆ, ਜੇ ਸਾਰੇ ਇਕੱਠੇ ਹੋ ਜਾਣ ਵੀ ਉਹ ਠੀਕ ਹੈ ਕਿ ਨਹੀਂ। ਉਹਦੇ ਵਿੱਚ ਡਾਇਟ ਵੀ ਬੜੀ ਇੰਪੋਰਟੈਂਟ ਫੈਕਟਰ ਹੈਗੇ ਆ। ਜੋ ਵੀ ਆਪਾਂ ਸਰੀਰ 'ਚ ਪਾਵਾਂਗੇ ਉਹੀ ਸਾਡਾ ਸਰੀਰ ਹੋਏਗਾ। ਜਿਹੜੀ ਹੈਲਥ ਕੈਨੇਡਾ ਸਾਨੂੰ ਦੱਸਦੇ ਨਾ ਅੱਧੀ ਪਲੇਟ ਸਬਜ਼ੀਆਂ ਔਰ ਫਰੂਟ ਖਾਓ, ਉਹਦੇ ਸੱਚਾਈ ਜੋ ਉਹਦੇ ਵਿੱਚ ਕੋਈ ਬੇਈਮਾਨੀ ਨਹੀਂ ਹੈ। 1000 ਜਿਹੜੇ ਨਿਊਟ੍ਰੀਸ਼ਨਿਸਟ ਸਾਇੰਟਿਸਟ ਉਹਨਾਂ ਨੇ ਬਹਿ ਕੇ ਬਣਾਈ ਹੈ। 1/4 ਹੈਗੀ ਵੀ ਹੋਲ ਗ੍ਰੇਨ ਖਾਓ, ਮੈਦਾ ਨਾ ਖਾਓ, ਤੇ 1/4 ਥੋੜੇ ਡਾਕਟਰ ਸਾਹਿਬ ਇਹਨੂੰ ਦੁਬਾਰਾ ਸਮਝਾਇਓ ਵੀ ਕਿੰਨਾ ਕੀ ਖਾਣਾ ਚਾਹੀਦਾ ਜੀ। ਹਾਂਜੀ, ਜਿੱਦਾਂ ਹੁਣ ਇੱਕ ਪਲੇਟ ਹੈ ਨਾ, ਉਹ ਅੱਧੀ ਪਲੇਟ ਹੈਗੀ ਸਬਜ਼ੀਆਂ ਤੇ ਫਰੂਟ। ਮਤਲਬ ਜਿੰਨਾ ਅਸੀਂ ਖਾਂਦੇ ਹਾਂ ਉਹਦਾ ਅੱਧਾ ਜਿਹੜਾ ਵੀ ਟਾਈਮ ਆਪਾਂ ਮੀਲ ਖਾ ਰਹੇ ਹਾਂ, ਅੱਧੀ ਮੀਲ ਤੁਹਾਡੀ ਸਬਜ਼ੀਆਂ ਔਰ ਫਰੂਟ ਹੋਣੀ ਚਾਹੀਦੀ। ਸਵੇਰੇ, ਦੁਪਹਿਰੇ, ਸ਼ਾਮ, ਜਦੋਂ ਵੀ ਖਾਣਾ ਤੁਸੀਂ, ਭਾਵੇਂ 4 ਵਾਰੀ ਖਾਓ, ਅੱਛਾ ਜੀ, 3 ਵਾਰੀ ਖਾਓ, 4 ਵਾਰੀ ਖਾਓ, ਤੁਹਾਡੀ ਮਰਜ਼ੀ ਹੈ ਨਾ। ਦੂਜੀ ਗੱਲ ਦੇਖੋ, ਫਰੂਟ ਤਾਂ ਆਪਾਂ ਹੁਣ ਅੰਬ ਖਾਣਾ, ਆਪਾਂ ਕੋਈ ਤੜਕਾ ਲਾ ਕੇ ਥੋੜੀ ਖਾਣਾ, ਜੀ ਜੀ ਜੀ, ਖਰਬੂਜਾ ਕੱਟ ਕੇ ਹਾਂਜੀ, ਸਬਜ਼ੀਆਂ ਅਸੀਂ ਕੱਚੀਆਂ ਖਾ ਸਕਦੇ ਹਾਂ, ਪੱਕੀਆਂ ਵੀ ਖਾ ਸਕਦੇ ਹਾਂ, ਨੋ ਪ੍ਰੋਬਲਮ। ਅੱਛਾ ਜੀ। ਹੁਣ 1/4 ਜਿਹੜਾ ਹੈਗਾ ਉਹ ਹੈਗਾ ਹੋਲ ਗ੍ਰੇਨ 'ਚ ਹੈਗਾ ਵੀ ਬਰਾਊਨ ਜਿਹੜਾ ਹੈਗਾ ਬ੍ਰੈਡ ਜਾਂ ਹੋਲ ਵੀਟ ਦੀ ਰੋਟੀ ਹੋਣੀ ਚਾਹੀਦੀ, ਮੈਦਾ ਨਹੀਂ ਹੋਣਾ ਚਾਹੀਦਾ। ਆਟਾ ਖਾ ਸਕਦੇ ਜੀ? ਹਾਂਜੀ, ਖਾ ਸਕਦੇ ਆਪਾਂ ਆਟਾ, ਜਿਹੜਾ ਬਰਾਊਨ ਆਟਾ ਕੋਈ ਨੁਕਸਾਨ ਨਹੀਂ ਹੈਗਾ। ਹੂੰ, ਜਿਹੜਾ ਹੋਲ ਗ੍ਰੇਨ ਹੈਗਾ, ਕਿਨਵਾ ਖਾ ਸਕਦੇ ਆ, ਮੱਕੀ ਖਾ ਸਕਦੇ, ਬਾਜਰਾ ਖਾ ਸਕਦੇ, ਤੁਹਾਡੀ ਮਰਜ਼ੀ ਹੈ। ਖਾਲੀ ਇਹਦੇ ਵਿੱਚ ਸ਼ੂਗਰ ਔਰ ਪ੍ਰੋਟੀਨ ਦੀ ਥੋੜੀ ਬਹੁਤ ਮਾਤਰਾ ਉੱਪਰ ਥੱਲੇ ਹੁੰਦੀ ਹੈ। ਜਿਹੜਾ 1/4 ਹੈਗਾ ਉਹ ਹੈਗਾ ਪ੍ਰੋਟੀਨ। ਔਰ ਹੈਲਥ ਕੈਨੇਡਾ ਕਹਿੰਦੀ ਆ ਵੀ ਬੀਨਸ ਆਰ ਬੈਟਰ ਦੈਨ ਬੀਫ। ਹੁਣ ਪਹਿਲੀ ਵਾਰ ਹੈਲਥ ਕੈਨੇਡਾ ਨੇ 2019 ਚ ਕਿਹਾ ਅੱਛਾ ਵੀ ਜੀ, ਮੀਟ ਨਾਲੋਂ ਜਿਹੜੇ ਹੈਗੇ ਆ ਚਣੇ, ਦਾਲ, ਰਾਜਮਾ, ਕਾਲੇ ਚਨੇ, ਛੋਲੇ, ਇਹ ਵਧੀਆ ਜੋ ਬੀਨਸ ਆਰ ਬੈਟਰ ਦੈਨ ਬੀਫ। ਕਿਉਂਕਿ ਜਿੰਨਾ ਮਰਜ਼ੀ ਤੁਸੀਂ ਲੀਨ ਮੀਟ ਲੈ ਲਓ, ਚ ਫੈਟ ਤਾਂ ਹੋਊਗਾ ਹੀ ਹੋਊਗਾ। ਸੋ ਜਿਹੜਾ ਵਾਈਟ ਮੀਟ ਹੈ, ਜਿੱਦਾਂ ਫਿਸ਼ ਹੋ ਗਈ ਆ, ਐਗ ਵਾਈਟ ਹੋ ਗਿਆ, ਚਿਕਨ ਹੈ, ਇਹ 'ਚ ਫੈਟ ਘੱਟ ਹੁੰਦਾ, ਟਰਕੀ ਵਗੈਰਾ, ਇਸ ਲਈ ਥੋੜੇ ਪਪੂਲਰ ਹੋ ਰਹੇ। ਲੇਕਿਨ ਅਗਰ ਜਸਕਰਨ ਜੀ, ਅਗਰ ਆਪਾਂ ਆਪਣੇ ਦੰਦਾਂ ਵੱਲ ਦੇਖੀਏ, ਅਸੀਂ ਦੌੜ ਕੇ ਕੋਈ ਹੋਰ ਜਾਨਵਰ ਦਾ ਸ਼ਿਕਾਰ ਨਹੀਂ ਕਰ ਸਕਦੇ। ਸਾਨੂੰ ਕੋਈ ਹਥਿਆਰ ਦੀ ਲੋੜ ਹੈ ਨਾ, ਪੱਥਰ ਆ, ਤੀਰ ਕਮਾਨ ਆ, ਬੰਦੂਕ ਆ, ਜੋ ਮਰਜ਼ੀ। ਫਿਰ ਅਸੀਂ ਉਹਨੂੰ ਆਪਣੇ ਦੰਦਾਂ ਦੇ ਨਾਲ ਚੀਰ ਨਹੀਂ ਸਕਦੇ ਜਿੱਦਾਂ ਸ਼ੇਰ ਚੀਰ ਲੈਂਦਾ ਆਪਣਾ ਸ਼ਿਕਾਰ। ਫਿਰ ਅਸੀਂ ਉਹਨੂੰ ਖਾ ਨਹੀਂ ਸਕਦੇ, ਉਹਨੂੰ ਸਾਨੂੰ ਪਕਾਉਣਾ ਪਊਗਾ, ਹੈ ਨਾ। ਸੋ ਅਗਰ ਆਪਾਂ ਆਪਣੇ ਦੰਦ ਦਾ ਡਿਜ਼ਾਈਨ ਦੇਖੀਏ, ਸਾਡੇ ਦੰਦ ਡਿਜ਼ਾਈਨਡ ਹੀ ਨਹੀਂ ਹੈਗੇ ਮੀਟ ਖਾਣ ਵਾਸਤੇ, ਨੌਨ ਵੈਜ ਖਾਣਾ, ਦਾਣੇ, ਹਾਂ, ਦਾਣੇ ਚੱਬਣ ਵਾਸਤੇ। ਜਿੱਦਾਂ ਫਰੂਟ ਆ, ਹੁਣ ਸਮਝੋ ਮੇਰੀ ਅੱਖਾਂ ਨੂੰ ਨਾ ਪੱਟੀ ਲਾ ਦਿਓ ਤੇ ਮੈਨੂੰ ਇੱਕ ਮੱਛੀ ਮਾਰਕੀਟ 'ਚ ਲੈ ਜਾਓ, ਪਹਿਲਾਂ ਕੀ ਰਿਸਪੌਂਸ ਹੋਊਗਾ? ਮੇਰਾ ਨੱਕ ਹੈਪੀ ਨਹੀਂ ਆ, ਮੇਰਾ ਹੱਥ ਉੱਥੇ ਜਾਊਗਾ ਵੀ ਮੈਂ ਕਿਹੜੀ ਬਦਬੂ ਵਾਲੀ ਜਗ੍ਹਾ 'ਚ ਆ ਗਿਆ, ਹੈ ਨਾ। ਹੁਣ ਮੇਰੇ ਅੱਖ 'ਚ ਪੱਟੀ ਲੈ ਜਾਓ, ਮੈਨੂੰ ਇੱਕ ਫਰੂਟ ਮਾਰਕੀਟ ਲੈ ਜਾਓ, ਔਰ ਜਿੱਥੇ ਮੈਂ ਅੰਬ ਦਾ ਸ਼ੌਕੀਨ ਹਾਂ, ਜਿੱਥੇ ਅੰਬ ਪਿਆ, ਮੇਰੀ ਅੱਖ 'ਚ ਪੱਟੀ ਲੱਗੀ, ਮੇਰੇ ਪੈਰਾਂ ਨੇ ਮੈਨੂੰ ਉੱਥੇ ਲੈ ਜਾਣਾ, ਕਿ ਮੇਰਾ ਨੱਕ ਮੈਨੂੰ ਉੱਥੇ ਲੈ ਕੇ ਜਾ ਰਿਹਾ ਵੀ ਚੱਕ ਲਾ, ਤੂੰ ਲਾਈਕ ਕਰ ਲਾ। ਸੋ ਇਸ ਲਈ ਬੋਡੀ ਦਾ ਜਿਹੜਾ ਇਨਹੈਰੈਂਟ ਬਿਲਟ ਆ ਉਹ ਵੈਜੀਟੇਰੀਅਨ ਬਿਲਟ ਆ। ਲੇਕਿਨ ਜਿਹੜੀ ਇੰਡਸਟਰੀ ਹੈਗੀ ਆ ਉਹ ਡਾਕੂਮੈਂਟ ਕਰਦੀ ਵੀ ਨਹੀਂ, ਖਾਓ, ਪ੍ਰੋਟੀਨ ਬਹੁਤ ਜ਼ਰੂਰੀ ਹੈ। ਮੈਂ ਮੰਨਦਾ ਪ੍ਰੋਟੀਨ ਜ਼ਰੂਰੀ ਆ, ਲੇਕਿਨ ਅਗਰ ਤੁਸੀਂ ਇਹ ਕੰਬਾਈਨ ਕਰ ਲਓ ਸਾਰੀ ਚੀਜ਼ਾਂ, ਤੁਹਾਨੂੰ ਇਨਫ ਪ੍ਰੋਟੀਨ ਮਿਲ ਸਕਦੀ ਹੈ। ਉਹ ਦੇਖੋ, ਗਾਂ ਆ, ਹਾਥੀ ਆ, ਹੈ ਨਾ, ਘੋੜਾ ਆ, ਇਹ ਵੈਜੀਟੇਰੀਅਨ ਬੰਦੇ ਆ ਨਾ, ਵੈਜੀਟੇਰੀਅਨ ਐਨੀਮਲ, ਸੌਰੀ। ਤੇ ਇਹ ਤਾਂ ਮੀਟ ਕਦੇ ਖਾਂਦੇ ਨਹੀਂ। ਤੇ ਘੋੜਾ ਕਿੰਨਾ ਵਧੀਆ ਦੌੜਦਾ, ਹਾਥੀ 'ਚ ਸਭ ਤੋਂ ਜ਼ਿਆਦਾ ਜ਼ੋਰ ਹੈ, ਗਾਂ ਕਿੰਨਾ ਦੁੱਧ ਦਿੰਦੇ ਆ। ਸੋ ਉਹਨਾਂ ਨੂੰ ਵੀ ਤੇ ਪਲਾਂਟ ਬੇਸਡ ਤੋਂ ਪ੍ਰੋਟੀਨ ਮਿਲ ਰਹੀ ਆ। ਸੋ ਪਲਾਂਟ ਬੇਸਡ ਪ੍ਰੋਟੀਨ ਬਹੁਤ ਅਵੇਲੇਬਲ ਹੈਗਾ। ਸਾਨੂੰ ਥੋੜਾ ਦਿਮਾਗ ਇਸਤੇਮਾਲ ਕਰਨਾ ਚਾਹੀਦਾ। ਹੈਲਥ ਕੈਨੇਡਾ ਜੋ ਸਾਨੂੰ ਕਹਿ ਰਹੀ ਹੈ, ਸਟ੍ਰੈਸ ਬਹੁਤ ਵੱਡਾ ਕਾਰਨ ਆ। ਸਭ ਤੋਂ ਜ਼ਿਆਦਾ ਹਾਰਟ ਅਟੈਕ ਹੁੰਦੇ ਆ ਮੰਡੇ ਮਾਰਨਿੰਗ। ਅੱਛਾ, ਇਹ ਵੀ ਗੱਲ ਹੈ ਸਭ ਤੋਂ ਜ਼ਿਆਦਾ, ਕਿਉਂਕਿ ਹੁਣ ਸੈਟਰਡੇ ਸੰਡੇ ਤੁਸੀਂ ਬੱਚਿਆਂ ਦੇ ਨਾਲ, ਫੈਮਿਲੀ ਦੇ ਨਾਲ ਟਾਈਮ ਸਪੈਂਡ ਕੀਤਾ, ਸਵੇਰੇ ਹੈਗਾ ਵੀ ਹੁਣ ਬੌਸ ਨੇ ਮੰਗਣਾ ਵੀ ਜਿਹੜਾ ਪ੍ਰੋਜੈਕਟ ਪਿਛਲੇ ਹਫਤੇ ਨਹੀਂ ਪੂਰਾ ਹੋਇਆ, ਹੁਣ ਮੈਂ ਕਿੱਦਾਂ ਕਰੂੰਗਾ, ਦਿਮਾਗ ਦੇ ਉੱਤੇ ਬੋਝ ਪੈ ਗਿਆ, ਹੈ ਨਾ। ਰਾਤ ਨੂੰ ਸ਼ਾਇਦ ਨੀਂਦ ਬਰੋਬਰ ਨਹੀਂ ਆਈ। ਸੋ ਸਟ੍ਰੈਸ ਸਭ ਤੋਂ ਜ਼ਿਆਦਾ। ਦੂਜਾ, ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਜਦੋਂ ਟਾਈਮ ਚੇਂਜ ਹੁੰਦਾ, ਮਾਰਚ 1 ਘੰਟਾ ਲੂਜ਼ ਕਰਦੇ ਆ, ਅਗਲੇ ਦਿਨ 23% ਹਾਰਟ ਅਟੈਕ ਦੀ ਦਰ ਵਧੀ ਹੁੰਦੀ ਹੈ। ਸੋ 1 ਘੰਟਾ ਨੀਂਦ ਦਾ ਖੋ ਜਾਣਾ ਵੀ ਹਾਰਟ ਅਟੈਕ ਨੂੰ ਜਨਮ ਦਿੰਦਾ। ਡਾਕਟਰ ਸਾਹਿਬ, ਇਹ ਫਿਰ ਜਿਹੜੀ ਤੁਸੀਂ ਗੱਲ ਦੱਸੀ ਆ ਵੀ ਵੈਜੀਟੇਰੀਅਨ ਡਾਈਟ ਦੇ ਨਾਲ ਹਾਰਟ ਅਟੈਕ ਤੋਂ ਬਚਿਆ ਜਾ ਸਕਦਾ। ਔਰ ਜਿਹਨੂੰ ਕੋਰੋਨਰੀ ਆਰਟਰੀ ਡਿਜ਼ੀਜ਼ ਹੋਈ ਆ, ਔਰ ਅਗਰ ਪਹਿਲਾਂ ਬਹੁਤ ਮੀਟ ਖਾਂਦਾ ਸੀ, ਡਾਈਟ ਚੇਂਜ ਕਰ ਲੇ, ਤਾਂ ਡਿਜ਼ੀਜ਼ ਰਿਵਰਸ ਵੀ ਹੋ ਜਾਂਦੀ ਆ। ਇਹ ਡਾਕੂਮੈਂਟਡ ਹੈਗੀ ਆ ਮੈਡੀਕਲ ਜਰਨਲਸ 'ਚ। ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਜਿਹੜੀ ਵੀਡੀਓ ਜਿਹੜੀ ਈਜ਼ੀਲੀ ਮਤਲਬ ਜਿਸ 'ਚ ਡਿਸਕਸ਼ਨ ਹੈ, ਉਹ ਡਾਕਟਰ ਸੰਜੇ ਗੁਪਤਾ ਦੀ ਆ, ਨੋ ਮੋਰ ਹਾਰਟ ਅਟੈਕ ਇਨ ਅਮਰੀਕਾ। ਉਹ ਕਹਿੰਦਾ ਅਗਰ ਅਮਰੀਕਾ ਨੇ ਇਹ ਪੈਟਰਨ ਫੋਲੋ ਕਰ ਲੈਣ ਤੇ ਹਾਰਟ ਅਟੈਕ ਹੋ ਨਹੀਂ ਸਕਦਾ।
ਪਹਿਲਾਂ ਹੁੰਦਾ ਥੋੜੀ ਸੀ। ਇਹ ਤਾਂ ਮਾਡਰਨ ਇੰਡਸਟਰੀਲਾਈਜੇਸ਼ਨ ਤੋਂ ਬਾਅਦ ਇਹ ਜਿਹੜੀ ਵਿਪਤਾ ਜਿਹੜੀ ਸਾਡੇ ਸਾਹਮਣੇ ਆਈ, ਉੱਕਾ ਪੁੱਕਾ ਚਲੋ ਹੁੰਦਾ ਰਹਿੰਦਾ ਸੀ, ਬਟ ਜਿਹੜਾ ਹੁਣ ਕ੍ਰਾਈਸਿਸ ਅਸੀਂ ਫੇਸ ਕਰਦੇ ਹਾਂ, ਨੰਬਰ 1 ਲੀਡਿੰਗ ਕਾਜ਼ ਆਫ ਡੈਥ, ਇਹ ਸਾਡੇ ਆਪਣੇ ਕੀਤੇ ਕਰਾਏ ਕਰਮਾਂ ਕਰਕੇ। ਇੱਕ ਡਾਕਟਰ ਸਾਹਿਬ, ਲੋਕ ਕਹਿੰਦੇ ਆ ਵੀ ਜਿੱਦਾਂ ਪੁਰਾਣੇ ਬਜ਼ੁਰਗ ਕਹਿੰਦੇ ਸੀ ਵੀ ਰੱਜ ਕੇ ਖਾ ਤੇ ਦੱਬ ਕੇ ਵਾਹ, ਵੀ ਤੁਸੀਂ ਖਾਈ ਭਾਵੇਂ ਜੋ ਕੁਛ ਮਰਜ਼ੀ ਜਾਓ, ਜੇ ਸਰੀਰ ਦਾ ਕੰਮ ਕਰਦੇ ਆ ਤੁਹਾਨੂੰ ਪਸੀਨਾ 2 ਟਾਈਮ ਆਉਂਦਾ, ਤੁਸੀਂ ਹਾਰਡ ਵਰਕ ਕਰਦੇ ਆ ਤਾਂ ਫਿਰ ਵੀ ਬਚਿਆ ਜਾ ਸਕਦਾ। ਦੇਖੋ ਆਮ ਜਿਹੜਾ ਬੰਦਾ ਕਰੀਬਨ 2 ਤੋਂ 2.5 ਕੈਲੋਰੀਜ਼ 24 ਘੰਟੇ 'ਚ ਖਾਂਦਾ, ਉਹਨੂੰ ਲੋੜ ਹੈਗੀ ਕਿਉਂਕਿ ਬੋਡੀ ਨੂੰ ਊਰਜਾ ਚਾਹੀਦੀ ਹੈ। ਲੇਕਿਨ ਅਗਰ ਉਹ ਮੇਰੇ ਵਰਗਾ ਬੰਦਾ ਵੀ ਪੂਰੇ ਦਿਨ ਉਹਨੇ ਕੁਰਸੀ 'ਚ ਬਹਿਣਾ ਤਾਂ ਫਿਰ ਉਹ ਯੂਸਲੈਸ। ਅਗਰ ਮੈਂ 2-2.5 ਕੈਲੋਰੀ ਖਾ ਕੇ 1000 ਕੈਲੋਰੀ ਬਰਨ ਕਰਨੀ ਆ ਤਾਂ ਮੇਰਾ ਬੋਡੀ ਬਹੁਤ ਵਧੀਆ ਰਹੂਗੀ। ਹੁਣ ਤੁਸੀਂ ਕਈ ਪਹਿਲਵਾਨ ਦੇਖੋ, ਕਈ ਈਵਨ ਬਾਸਕਟਬਾਲ ਪਲੇਅਰ ਦੇਖੋ, ਉਹ 8-8000 ਕੈਲੋਰੀਜ਼ ਖਾਂਦੇ ਆ, ਲੇਕਿਨ ਉਹ 6000 ਕੈਲੋਰੀਜ਼ ਬਰਨ ਵੀ ਕਰਦੇ ਆ। ਪੂਰਾ ਦਿਨ ਉਹਨਾਂ ਨੇ ਕੋਰਟ ਦੇ ਉੱਤੇ ਦੌੜਾ ਭੱਜਾ ਫਿਰਨਾ, ਪਸੀਨੋ ਪਸੀਨੇ ਹੋਈ ਫਿਰਨਾ। ਸੋ ਇਸ ਲਈ ਹਾਂ, ਅਗਰ ਤੁਸੀਂ ਰੱਜ ਕੇ ਖਾ ਵੀ ਲਿਆ ਲੇਕਿਨ ਉਨਾ ਹੀ ਕੰਮ ਕਰ ਲਿਆ ਤੁਸੀਂ ਫਿਜ਼ੀਕਲੀ, ਤਾਂ ਐਕਚੁਅਲੀ ਉਹਨਾਂ ਨੂੰ ਉਸ ਚੀਜ਼ ਦੀ ਲੋੜ ਆ। ਇਟ ਆਲ ਡਿਪੈਂਡਸ ਵੀ ਤੁਹਾਡਾ ਵਰਕ ਆਊਟਪੁੱਟ ਕਿੰਨਾ ਔਰ ਤੁਹਾਡੀ ਕੈਲੋਰੀ ਇਨਟੇਕ ਕਿੰਨੀ ਆ। ਸੋ ਇਸ ਲਈ ਅਗਰ ਕੈਲੋਰੀਜ਼ ਖਾ ਕੇ ਅਗਰ ਆਪਾਂ ਕੋਈ ਆਊਟਪੁੱਟ ਨਹੀਂ ਕਰਦੇ ਤਾਂ ਉਹ ਲੋਡ ਸਾਡੀ ਬੋਡੀ 'ਚ ਪਿਆ ਰਹੇਗਾ। ਇਹਦੇ ਉੱਤੇ ਮਾਡਰਨ ਸਾਇੰਸ ਦੱਸ ਰਹੀ ਹੈ ਵੀ ਜਿਹੜੇ ਹੁਣ ਸਾਡੇ ਮੁਸਲਮਾਨ ਭਾਈ ਭੈਣ ਜਿਹੜੇ ਰੋਜ਼ਾ ਰੱਖਦੇ ਹਨ, ਉਦੋਂ ਉਹ ਸਵੇਰ ਤੋਂ ਰਾਤ ਤਾਈਂ ਕੁਛ ਨਹੀਂ ਖਾਂਦੇ ਹਨ, ਜਦੋਂ ਚੰਦਰਮਾ ਆਉਂਦਾ ਸੋ ਕਰੀਬਨ 12-16 ਘੰਟੇ 18 ਘੰਟੇ ਵੀ ਨਹੀਂ ਖਾਂਦੇ। ਸੋ ਇਹਨੂੰ ਕਹਿੰਦੇ ਇੰਟਰਮੀਡੀਏਟ ਫਾਸਟਿੰਗ। ਸੋ ਇੰਟਰਮੀਡੀਏਟ ਫਾਸਟਿੰਗ ਦਾ ਵੀ ਹਾਰਟ ਦੇ ਨਾਲ ਬਹੁਤ, ਔਰ ਡਾਇਬਟੀਜ਼ ਬਲੱਡ ਪ੍ਰੈਸ਼ਰ ਦੇ ਨਾਲ ਵੀ ਆ ਰਿਹਾ, ਵੇਟ ਮੈਨੇਜਮੈਂਟ ਦੇ ਨਾਲ ਵੀ ਆ ਰਿਹਾ। ਵੀ ਮੈਡੀਕਲ ਸਾਇੰਸ ਤੁਹਾਨੂੰ ਫੋਰਸ ਕਰ ਰਹੀ 3 ਵਾਰੀ ਖਾਓ, ਲੋੜ ਨਹੀਂ ਹੈਗੀ, ਤੁਸੀਂ 2 ਵਾਰੀ ਖਾ ਕੇ ਵੀ ਆਪਣੀ ਬੋਡੀ ਮੇਨਟੇਨ ਰੱਖ ਸਕਦੇ ਹੋ। ਅਗਰ 2500 ਕੈਲੋਰੀ ਕੋਈ ਖਾ ਰਿਹਾ, ਅਗਰ ਉਹ 1500 'ਚ ਆ ਜਾਏ, ਉਹਦਾ ਵਜ਼ਨ ਵੀ ਘਟੂਗਾ, ਬਲੱਡ ਪ੍ਰੈਸ਼ਰ ਸਟੇਬਲਾਈਜ਼ ਹੋਣਾ ਸ਼ੁਰੂ ਹੋਊਗਾ, ਸ਼ੂਗਰ ਉਹਦੀ ਐਡਜਸਟ ਹੋਣੀ ਸ਼ੁਰੂ ਹੋਊਗੀ, ਹਾਰਟ ਦੀ ਪ੍ਰੋਬਲਮ ਜਿਹੜੀ ਉਹਦੀ ਡਿਵੈਲਪ ਹੋ ਰਹੀ ਹੈ ਅਰੈਸਟ ਹੋ ਜਾਊਗੀ ਜਾਂ ਰਿਵਰਸ ਹੋਣੀ ਸ਼ੁਰੂ ਹੋ ਜਾਊਗੀ। ਡਾਕਟਰ ਸਾਹਿਬ, ਬੰਦਾ ਖਾ ਸਾਰਾ ਕੁਝ ਠੀਕ ਰਿਹਾ, ਜਿੰਨੀ ਤੁਸੀਂ ਦੱਸ ਰਹੇ ਕੈਲੋਰੀਜ਼, ਅੱਧੀ ਪਲੇਟ ਉਹਨੇ ਸਬਜ਼ੀ ਦੀ ਖਾਧੀ, ਚੌਥਾ ਹਿੱਸਾ ਬੀਨਸ, ਸਾਰਾ ਕੁਝ ਉਹਨੇ ਕਰ ਲਿਆ, ਪਰ ਉਹਨੂੰ ਚਿੰਤਾ ਆ ਮੇਰੀ ਕੱਲ੍ਹ ਨੂੰ ਨੌਕਰੀ ਚਲੇ ਜਾਣੀ, ਮੈਨੂੰ ਨੌਕਰੀ ਨਹੀਂ ਮਿਲ ਰਹੀ, ਮੈਨੂੰ ਸਟ੍ਰੈਸ ਆ ਮੇਰੇ ਉੱਤੇ ਕੋਈ, ਉਹਦੇ ਨਾਲ ਹਾਰਟ ਅਟੈਕ ਕਿੱਦਾਂ ਹੋ ਜੂ ਜਦੋਂ ਫਿਰ ਖਾਣਾ ਪੀਣਾ ਸਾਰਾ ਕੁਝ ਠੀਕ ਹੈ? ਦੇਖੋ ਜਿਹੜਾ ਸਾਡਾ ਜਿਹੜਾ ਮਨ ਹੈਗਾ, ਉਹ ਹੁਣ ਸਮਝੋ ਇੱਕ ਸਭ ਤੋਂ ਸਸਤੀ ਕਾਰ ਟਾਟਾ ਨੈਨੋ ਹੈ, 1.5 ਲੱਖ ਦੀ ਹੁੰਦੀ ਹੈ ਨਾ। ਅਗਰ ਉਹਦਾ ਡਰਾਈਵਰ ਚੰਗਾ ਤਾਂ ਕਾਰ ਤੁਹਾਡੀ 5 ਸਾਲ ਕੱਢ ਜਾਊਗੀ। ਅਗਰ ਤੁਹਾਡੇ ਕੋਲ ਹੈਗੀ ਆ ਫੈਂਟਮ ਰੋਲਸ ਰॉयस ਜਿਹੜੀ 8 ਲੱਖ ਦੀ ਹੁਣ ਨਵੀਂ ਆਉਂਦੀ, ਬਟ ਡਰਾਈਵਰ ਹੁਣ ਸੌਂ ਗਿਆ ਸ਼ਰਾਬ ਪੀ ਕੇ, ਤੇ ਕ੍ਰੈਸ਼ ਤਾਂ ਹੋਣੀ ਕਾਰ। ਡਰਾਈਵਰ ਇੰਪੋਰਟੈਂਟ ਆ, ਉਹ ਹੈਗਾ ਤੁਹਾਡਾ ਮਨ। ਅੱਛਾ ਜੀ। ਸੋ ਜਦ ਤੱਕ ਮਨ ਨਹੀਂ ਠੀਕ ਤਦ ਤੱਕ ਬੋਡੀ ਦਾ ਕੋਈ ਵੀ ਅੰਗ ਸੁਰੱਖਿਅਤ ਨਹੀਂ ਆ, ਉਹਨੇ ਤੁਹਾਨੂੰ ਕੋਈ ਨਾ ਕੋਈ ਗਲਤ ਪਾਸੇ ਲੈ ਜਾਣਾ। ਜਿਹੜਾ ਕਾਰ ਆ, ਡਰਾਈਵਰ ਵੀ ਹੈਗਾ, ਕਾਰ ਵੀ ਹੈਗੀ ਆ, ਲੇਕਿਨ ਅਗਰ ਇੰਜਨ ਮਿਸਿੰਗ ਹੈ ਤਾਂ ਡਰਾਈਵਰ ਉਹ ਕਾਰ ਨੇ ਨਹੀਂ ਚੱਲਣਾ। ਉਹ ਹੈਗੀ ਤੁਹਾਡੀ ਆਤਮਾ। ਸੋ ਆਤਮਾ ਔਰ ਮਨ ਤੇ ਕਾਰ ਜਿਹੜੀ ਹੈਗੀ ਆ, ਉਹ ਤੁਹਾਨੂੰ ਵਿਰਾਸਤ 'ਚ ਮਿਲੀ ਆ ਤੁਹਾਡੇ ਮਾਂ-ਬਾਪ ਤੋਂ, ਉਹ ਜੈਨੇਟਿਕਸ ਕਰਕੇ। ਕਈ ਵਾਰ ਚੰਗੀ ਮਿਲਦੀ ਹੈ, ਕਈ ਵਾਰ ਮਾੜੀ ਵੀ ਮਿਲ ਜਾਂਦੀ, ਉਹਨਾਂ ਦਾ ਦੋਸ਼ ਨਹੀਂ ਆ, ਲੇਕਿਨ ਉਹਨੂੰ ਕਿੱਦਾਂ ਸੰਭਾਲ ਕਰਨੀ, ਇਹ ਜੀਵਨ ਜਾਂਚ ਤੁਹਾਡੇ ਮਨ ਦੇ ਉੱਤੇ ਫੋਕਸ ਹੁੰਦੀ ਆ। ਬਹੁਤ ਸਾਰੀ ਜਿਹੜੀ ਸਾਇੰਸ ਇਹ ਦੱਸ ਰਹੀ ਆ ਵੀ ਜਦੋਂ ਅਸੀਂ ਖੁਸ਼ ਹੁੰਦੇ ਆ ਉਦੋਂ ਵੀ ਹਾਰਟ ਦੇ ਚੇਂਜਸ ਆਉਂਦੇ ਆ। ਐਕੋਕਾਰਡੀਓਗ੍ਰਾਮ 'ਚ ਅਸੀਂ ਦੇਖਦੇ ਹਾਂ ਹਾਰਟ ਦੇ ਮਸਲ ਜਿਹੜੇ ਹੈਗੇ ਉਹ ਵੀ ਫੁੱਲ ਜਾਂਦੇ ਥੋੜ੍ਹੇ ਚਿਰ ਵਾਸਤੇ, ਫਿਰ ਉਹ ਬੈਕ ਟੂ ਨਾਰਮਲ ਜਾਂਦੇ। ਔਰ ਜਦੋਂ ਅਸੀਂ ਗਮੀ 'ਚ ਹੁੰਦੇ ਨਾ, ਅਸੀਂ ਨਹੀਂ ਕਹਿੰਦੇ ਵੀ ਇਹਨੂੰ ਤਾਂ ਗਮ ਲੈ ਬੈਠਾ, ਇਹ ਮਤਲਬ ਜੋ ਵੀ ਘਰ ਦੀ ਉਹਦੀ ਸਮੱਸਿਆ ਸੀ ਜਾਂ ਫਾਈਨੈਂਸ਼ੀਅਲ ਵੀ ਇਹਨੂੰ ਹਾਰਟ ਅਟੈਕ ਦਾ ਕਾਰਨ, ਬਿਲਕੁਲ ਸਹੀ ਆ। ਕਿਉਂਕਿ ਜਿਹੜਾ ਹਾਰਟ ਦੇ ਜਿਹੜੇ ਮਸਲਸ ਆ ਉਹ ਰਿਸਪੌਂਡ ਕਰਦੇ ਸਾਡੇ ਇਮੋਸ਼ਨਸ ਨੂੰ। ਸੋ ਬਾਹੂ ਸਾਹਿਬ ਵੀ ਖੁਦ ਕਹਿੰਦੇ, ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀ ਜਾਣੇ। ਇਹ ਜਿਹੜੇ ਦਿਲ ਦੇ ਜਿਹੜੇ ਦਰਿਆ ਪਾਣੀ ਦੇ ਖੂਨ ਦੇ ਵਗ ਰਹੇ ਹਨ, ਇਹ ਸਾਡੇ ਇਮੋਸ਼ਨਸ ਦੇ ਨਾਲ ਡਾਇਰੈਕਟ ਇਹਨਾਂ ਦਾ ਸੰਬੰਧ ਹੈਗਾ। ਜਿਹੜੀ ਹਾਰਟ ਹੈ ਨਾ ਚੱਲਦਾ, ਇੱਕ ਸਮਝੋ ਕੋਈ ਪੰਪ ਹੈ ਜਾਂ ਮੋਟਰ ਆ, ਉਹਨੂੰ ਬਿਜਲੀ ਦੀ ਲੋੜ ਆ। ਸੋ ਇਹਦੀ ਵੀ ਵਾਇਰਿੰਗ ਹੈਗੀ ਆ। ਇੱਕ ਹੈਗਾ ਸਿੰਪੈਥੈਟਿਕ ਸਿਸਟਮ, ਇੱਕ ਹੈਗਾ ਪੈਰਾਸਿੰਪੈਥੈਟਿਕ ਸਿਸਟਮ। ਉਹਦੇ ਬੈਲੈਂਸ 'ਚ ਸਾਡਾ 70 ਤੋਂ 80 ਬੀਟ ਪਰ ਮਿੰਟ ਚੱਲਦਾ। ਸਮਝੋ ਹੁਣ ਮੇਰੀ ਵਾਈਫ ਹੈ, ਉਹਦਾ ਹਾਰਟ ਰੇਟ ਹੈਗਾ 58 ਪਰ ਮਿੰਟ, ਕਿਉਂਕਿ ਉਹ ਰਨਰ ਆ। ਜਿੰਨਾ ਤੁਸੀਂ ਐਟਲਿਕ ਹੋਗੇ ਉਹਨੇ ਹਾਰਟ ਨੂੰ ਕੰਮ ਕਰਨ ਦੀ ਲੋੜ ਘੱਟ ਆ। ਅੱਛਾ ਜੀ। ਹਾਂ ਦੇਖੋ 58 'ਚ ਪਰ ਮਿੰਟ 'ਚ ਪੂਰੇ ਬੋਡੀ ਨੂੰ ਸਪਲਾਈ। ਈਵਨ ਜਿਹੜੇ ਬਹੁਤ ਡੈਸ਼ ਰਨਰ ਆ, ਉਹਨਾਂ ਦਾ ਹਾਰਟ ਰੇਟ ਕਈ ਵਾਰ 30 ਤੋਂ 40 ਪਰ ਮਿੰਟ ਹੁੰਦਾ। ਮਤਲਬ ਉਹ ਪੰਪ ਹੀ ਇੰਨਾ ਸਟਰੋਂਗ ਆ ਵੀ ਉਹ ਥੋੜੇ ਜਿਹੀ ਆਰਾਮ ਨਾਲ ਕਰੀ ਜਾਂਦਾ। ਬਿਲਕੁਲ। ਸੋ ਇਹ ਤੁਹਾਡੀ ਬੋਡੀ ਦੀ ਬਿਲਟ ਦੇ ਉੱਤੇ ਹੈਗਾ। ਦੂਜਾ, ਜਿਵੇਂ ਹਾਰਟ ਦੇ ਰਿਦਮ ਦੇ ਪ੍ਰੋਬਲਮ ਦੀ ਗੱਲ ਕਰੀਏ ਤਾਂ ਕਈ ਵਾਰ ਹਾਰਟ ਫਲਟਰ ਹੁੰਦਾ, ਬਹੁਤ ਫਾਸਟ ਚੱਲਦਾ, ਤੇ ਉਦੋਂ ਬਲੱਡ ਸਪਲਾਈ ਨਹੀਂ ਕਰੂਗਾ।
ਉਦੋਂ ਤੁਹਾਨੂੰ ਇਦਾਂ ਲੱਗੂਗਾ ਵੀ ਛਾਤੀ ਦੇ ਵਿੱਚ ਜਿੱਦਾਂ ਕੋਈ ਬਹੁਤ ਛਾਤੀ ਵੱਜ ਰਹੀ ਹੈ, ਹਾਰਟ ਵੱਜ ਰਿਹਾ, ਉਹਨੂੰ ਕਹਿੰਦੇ ਪਾਲਪੀਟੇਸ਼ਨ ਜਾਂ ਫਲਟਰਿੰਗ। ਜਾਂ ਫਿਰ ਤੁਹਾਨੂੰ ਚੱਕਰ ਆਊਗਾ ਕਿਉਂਕਿ ਬਲੱਡ ਸਪਲਾਈ ਬ੍ਰੇਨ ਨੂੰ ਨਹੀਂ ਹੋ ਰਿਹਾ, ਸਾਹ ਚੜੂਗਾ ਜਾਂ ਡਿੱਗ ਜਾਓਗੇ। ਸੋ ਉਹਦੇ ਵਿੱਚ ਫਿਰ ਰਿਦਮ ਦੇ ਲਈ ਤੁਹਾਡਾ ਹੋਲਟਰ ਮੋਨੀਟਰ ਹੁੰਦਾ, ਉਹ ਸਟਿੱਕਰ ਜੇ ਲਾ ਕੇ ਜਿੱਦਾਂ ਕਾਰਡੀਓਗ੍ਰਾਮ ਕਰੀਦਾ ਉਹਦਾ 24 ਘੰਟੇ ਮੋਨੀਟਰ ਕਰਦੇ। ਉਸ ਤੋਂ ਫਿਰ ਡਾਇਗਨੋਸਿਸ ਕਰਦੇ ਆ ਵੀ ਇਹਨੂੰ ਦਵਾਈ ਦੇਣੀ ਹੈ ਕਿ ਪੇਸਮੇਕਰ ਲਾਉਣਾ। ਜਿੱਦਾਂ ਪੇਸਮੇਕਰ ਇੱਕ ਬੈਟਰੀ ਟਾਈਪ ਹੁੰਦਾ, ਉਹ ਪੇਸ ਕਰਦਾ ਫਿਰ ਹਾਰਟ ਨੂੰ ਵੀ ਤੇਰਾ ਰਿਦਮ ਮੈਂ ਕੰਟਰੋਲ ਕਰੂੰਗਾ। ਨਹੀਂ ਤਾਂ ਤੁਸੀਂ ਦੇਖਿਆ ਹੋਣਾ ਕਈ ਲੋਕੀ ਸੁੱਤੇ ਪਈ ਗਏ, ਉਹਨਾਂ ਨੂੰ ਕੋਈ ਹਾਰਟ ਦੀ ਮਸਲ ਪ੍ਰੋਬਲਮ ਨਹੀਂ ਸੀ, ਕੋਰਨਰੀ ਆਰਟਰੀ ਉਹ ਸ਼ਟ ਡਾਊਨ ਹੋ ਗਿਆ, ਪੰਪ ਸ਼ਟ ਡਾਊਨ ਹੋ ਗਈ, ਪਾਵਰ ਬਿਜਲੀ ਚਲੀ ਗਈ। ਸੋ ਉਹ ਹੈਗਾ ਸਾਡਾ ਪੇਸਮੇਕਰ ਇਸ ਲਈ ਲਾਉਣਾ ਪੈਂਦਾ ਉੱਥੇ ਵੀ ਇਹ ਪੇਸ ਕਰਦਾ ਰਹੇ ਹਾਰਟ ਨੂੰ। ਈਵਨ ਤੁਸੀਂ ਦੇਖੋ ਪਿੱਛੇ ਜੇ ਸੌਕਰ ਦੇ ਵਿੱਚ ਯੂਰਪ ਦੇ ਵਿੱਚ ਜਦੋਂ ਮੈਚਾਂ ਸ਼ੁਰੂ ਹੋਈਆਂ ਮਹੀਨਾ ਕੁ ਪਹਿਲੋਂ, ਉਹ ਇੱਕ ਬੰਦਾ ਉਹਨਾਂ ਦਾ ਹੈਗਾ ਸੀ, ਮੈਨੂੰ ਟੀਮ ਭੁੱਲ ਗਈ, ਵੀ ਉਹ ਬਿਲਕੁਲ ਡਿੱਗ ਪਿਆ, ਹਾਰਟ ਬਿਲਕੁਲ ਸਟਾਪ ਸੀ। ਲੱਕਲੀ ਉਹਨਾਂ ਕੋਲ ਡੀਫਿਬਰਿਲੇਟਰ ਹੈਗਾ ਸੀ ਜਿਹੜੀ ਬਾਹਰੋਂ ਬਿਜਲੀ ਲਾਈ ਦੀ, ਉਹਨਾਂ ਉਹ ਜਾਗ ਪਿਆ, ਹੁਣ ਠੀਕ ਆ। ਅਗਰ ਉਹ ਬਾਹਰ ਡਿੱਗਾ ਹੁੰਦਾ ਕਿੱਥੇ ਤੇ ਵਿਦਿਨ 3-5 ਮਿੰਟਸ ਉਹਦਾ ਟਾਈਮ ਪੂਰਾ ਹੋ ਜਾਣਾ ਸੀ। ਉਹ ਤਾਂ ਕਿਉਂਕਿ ਗਰਾਊਂਡ 'ਚ ਸੀ, ਉੱਥੇ ਡੀਫਿਬਰਿਲੇਟਰ ਅਵੇਲੇਬਲ ਸੀ। ਇੱਕ ਕੰਟਰੀ ਹੈਗੀ ਹੈ ਜਾਪਾਨ, ਜਿੱਥੇ ਰੇਲਵੇ ਸਟੇਸ਼ਨ, ਬੱਸ ਸਟੇਸ਼ਨ, ਮਾਲਸ, ਲਾਇਬ੍ਰੇਰੀ ਸਾਰੇ ਪਾਸੇ ਡੀਫਿਬਰਿਲੇਟਰ ਲਾਏ ਔਰ ਬੱਚਿਆਂ ਨੂੰ ਟੀਚ ਕੀਤਾ ਜਾਂਦਾ ਸਕੂਲੇ, ਬੜਾ ਈਜ਼ੀ ਆ। ਈਵਨ ਅਗਰ ਡੀਫਿਬਰਿਲੇਟਰ ਕਿਸੇ ਨੂੰ ਨਹੀਂ ਪਤਾ, ਉਹਨੂੰ ਕਹਿੰਦੇ ਆ ਐਕਸਟਰਨਲ AED, ਮਤਲਬ ਐਕਸਟਰਨਲ ਡਿਵਾਈਸ ਹੁੰਦੀ ਹੈ ਜਿਹੜੀ ਹਾਰਟ ਨੂੰ ਆਪਾਂ ਜੰਪ ਸਟਾਰਟ ਕਰ ਸਕੇ। ਜਿੱਦਾਂ ਨਹੀਂ ਆਪਾਂ ਜੰਪ ਸਟਾਰਟ ਕਰਦੇ ਗੱਡੀ ਨੂੰ ਕਰਦੇ, ਤਾਂ ਉਹਦੇ ਸਟੈਪ ਬਾਈ ਸਟੈਪ ਲਿਖਿਆ ਵੀ ਆ। ਜਿਹਨੂੰ ਆਉਂਦਾ ਉਹ 22 ਸੈਕਿੰਡ 'ਚ ਕਰ ਲੂਗਾ, ਜਿਹਨੂੰ ਨਹੀਂ ਆਉਂਦਾ ਉਹ 40 ਸੈਕਿੰਡ 'ਚ ਕਰ ਲੈਂਦਾ, ਅਗਰ ਸਟੈਪ ਰੀਡ ਵੀ ਕਰੇ, ਬੜਾ ਈਜ਼ੀ ਹੁੰਦਾ। ਸੋ ਇਹ ਹੁੰਦਾ ਵੀ ਤੁਸੀਂ ਆਪਣੇ ਆਪ ਨੂੰ ਟੱਚ ਨਹੀਂ ਕਰਨਾ, ਨਹੀਂ ਤੇ ਤੁਸੀਂ ਬੁੜਕ ਪਾਓਗੇ, ਕਿਉਂਕਿ ਬਿਜਲੀ ਜਿਹੜੀ ਹੈਗੀ ਉਹ ਪੇਸ਼ੈਂਟ ਨੂੰ ਲਾਉਣੀ ਜਿਹਨੂੰ। ਸੋ ਇਸ ਲਈ ਜਾਂ ਸਾਡੇ ਇਮੋਸ਼ਨਸ ਜਿਹੜੇ ਹੈਗੇ ਆ ਹਾਰਟ ਨੂੰ ਬਹੁਤ ਅਫੈਕਟ ਕਰਦੇ ਆ। ਇਸ ਲਈ ਸਿਮਰਨ ਬੰਦਗੀ ਜਿਹੜੀ ਹੈਗੀ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਰਾ ਕੁਝ ਸਹਿਜ 'ਚ ਰਹੇ, ਕੁਆਇਟ 'ਚ ਰਹੇ। ਅਗਰ ਮਤਲਬ ਤੂਫਾਨ ਹੈਗਾ ਤਾਂ ਕੁਛ ਨਜ਼ਰ ਨਹੀਂ ਆਉਂਦਾ। ਸੋ ਆਪਾਂ ਆਪ ਨੂੰ ਤੂਫਾਨੀ ਚੀਜ਼ ਦੇ ਵਿੱਚੋਂ ਲੰਘਣ ਦੀ ਸਮਰੱਥਾ ਰੱਖੀਏ, ਹੈ ਨਾ। ਔਰ ਜਿੱਦਾਂ ਕਬੀਰ ਸਾਹਿਬ ਖੁਦ ਕਹਿੰਦੇ ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰ ਭਾਰ। ਸੋ ਬੋਝ ਨਾ ਪਾਓ ਆਪਣੇ ਮਨ ਦੇ ਉੱਤੇ, ਆਪਣੇ ਸਰੀਰ ਦੇ ਉੱਤੇ ਐਕਸਟਰਨਲ ਚੀਜ਼ਾਂ ਦਾ, ਕਿਉਂਕਿ ਖਾਲੀ ਹੱਥ ਆਏ ਤੇ ਖਾਲੀ ਹੱਥ ਜਾਣਾ। ਕੋਈ ਕਿਸੇ ਨੇ ਕੁਛ ਲੈ ਕੇ ਤੇ ਜਾਣਾ ਨਹੀਂ। ਲੇਕਿਨ ਜਦ ਤੱਕ ਜਿੰਦੇ ਹੈਗੇ ਆ, ਸਾਡੀ ਜ਼ਿੰਦਗੀ ਸੁਰਖਰੂ ਹੋਏ ਔਰ ਕੋਈ ਰੋਗ ਨਾ ਹੋਏ। ਅਗਰ ਰੋਗ ਹੋ ਰਿਹਾ ਤਾਂ ਉਹਨੂੰ ਰਿਵਰਸ ਕਰਨ ਦੀ ਸਮਰੱਥਾ ਹੋਏ। ਜਾਂ ਪਹਿਲੀ ਗੱਲ ਪ੍ਰੀਵੈਂਸ਼ਨ ਦੀ, ਸਿਗਰਟ ਸਮੋਕ ਨਹੀਂ ਕਰਨਾ, ਸ਼ਰਾਬ ਅਗਰ ਪੀਂਦੇ ਬੰਦ ਕਰੋ, ਲੂਣ ਘੱਟ ਖਾਓ, ਵੈਜੀਟੇਰੀਅਨ ਬੇਸਡ ਡਾਈਟ ਜ਼ਿਆਦਾ ਰੱਖੋ, ਪਾਣੀ ਜ਼ਿਆਦਾ ਪੀਓ, ਸ਼ੂਗਰ ਵਾਲੀ ਚੀਜ਼ਾਂ ਘਟਾ ਦਿਓ, ਲੂਣ ਵਾਲੇ ਘਟਾ ਦਿਓ। 1 ਘੰਟਾ ਹੈਲਥ ਕੈਨੇਡਾ ਅੱਧਾ ਘੰਟਾ ਕਹਿੰਦੀ ਹੈ ਐਡਲਟ ਨੂੰ, ਬੱਚਿਆਂ ਨੂੰ 1 ਘੰਟਾ, ਮੈਂ ਕਹਿੰਦਾ 1 ਘੰਟਾ ਰੋਜ਼ ਕਰੋ ਐਕਸਰਸਾਈਜ਼। ਔਰ ਨੀਂਦ 7 ਘੰਟੇ ਪਰਉਪਕਾਰੀ ਬਿਰਤੀ ਰੱਖੋ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਅਸੀਂ ਦੂਜੇ ਪ੍ਰੋਗਰਾਮ ਦੇ ਵਿੱਚ ਜਦੋਂ ਦੂਜਾ ਐਪੀਸੋਡ ਕਰਾਂਗੇ ਉਦੋਂ ਇਸ ਗੱਲ ਨੂੰ ਅੱਗੇ ਤੋਰਾਂਗੇ। ਬਹੁਤ ਬਹੁਤ ਮਿਹਰਬਾਨੀ ਡਾਕਟਰ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਦੋਸਤੋ, ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਗੱਲਬਾਤ ਕੀਤੀ ਹੈ। ਬਹੁਤ ਹੀ ਬੇਸਿਕ ਤੇ ਬਹੁਤ ਹੀ ਇੰਪੋਰਟੈਂਟ ਗੱਲਾਂ ਇਹਨਾਂ ਨੇ ਸਾਨੂੰ ਸਾਡੇ ਦਿਲ ਬਾਰੇ ਸਮਝਾਈਆਂ, ਦਿਲ ਦੀ ਸਿਹਤ ਬਾਰੇ ਸਮਝਾਈਆਂ। ਸਾਡਾ ਸਾਰਿਆਂ ਦਾ ਹੀ ਇਹਦੇ ਨਾਲ ਵਾਹ ਵਾਸਤਾ ਹੈ। ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਨਹੀਂ ਹੁੰਦੀਆਂ, ਕਈ ਗੱਲਾਂ ਜਿਹੜੀਆਂ ਪਤਾ ਹੁੰਦੀਆਂ ਉਹ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਦੁਬਾਰਾ ਸਾਡੇ ਦਿਮਾਗ ਦੇ ਵਿੱਚ ਆਉਂਦੀ, ਅਸੀਂ ਉਹਦਾ ਖਿਆਲ ਰੱਖਣਾ ਸ਼ੁਰੂ ਕਰਦੇ ਹਾਂ। ਅਗਲੇ ਐਪੀਸੋਡ ਦੇ ਵਿੱਚ ਅਸੀਂ ਇਹਨਾਂ ਨਾਲ ਇਹਦੇ ਤੋਂ ਅੱਗੇ ਜਿਹੜੀਆਂ ਦੇ ਨਾਲ ਸੰਬੰਧਿਤ ਹੋਰ ਸਵਾਲ ਨੇ ਉਹ ਕਰਾਂਗੇ। ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਫੇਸਬੁੱਕ ਦੇ ਉੱਤੇ ਲਾਈਵ ਥੱਲੇ ਲਿਖ ਸਕਦੇ ਹੋ, YouTube ਦੇ ਉੱਤੇ ਥੱਲੇ ਲਿਖ ਸਕਦੇ ਹੋ। ਅਗਲੇ ਪ੍ਰੋਗਰਾਮ 'ਚ ਡਾਕਟਰ ਸਾਹਿਬ ਦੇ ਨਾਲ ਅਸੀਂ ਉਹ ਗੱਲਬਾਤ ਕਰਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਗੱਲਬਾਤ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।